ਇੱਥੇ ਦੀਵਾ ਰੱਖ ਜਾਂਦਾ ਸੀ, ਜਿਹਦੀ ਲੋਹ ਹੁੰਦੀ ਸੀ ਇੱਥੇ ਜੰਮ ਜਾਂਦੀ ਸੀ, ਜਿਹੜੀ ਲੋਹ ਜੰਮ ਜਾਂਦੀ ਸੀ ਉਹਨੂੰ ਇੱਥੋਂ ਕੱਢ ਕੇ ਅੱਖਾਂ ਦੇ ਵਿੱਚ ਕੱਜਲ ਦੇ ਤੌਰ ਤੇ ਵਰਤਿਆ ਜਾਂਦਾ ਸੀ। ਮਤਲਬ ਇਹ ਲੋਹੇ ਦੇ ਬਰਤਨ ਨੇ, ਇੱਕ ਕਿਸਮ ਦੇ ਘੜੇ ਜੇ ਬਣੇ ਹੋਏ ਤੁਹਾਨੂੰ ਨਜ਼ਰ ਆ ਜਾਣਗੇ। ਇਹ ਕਿਉਂ ਸੀ ਕਿ ਜਦੋਂ ਬਾਰਿਸ਼ ਦਾ ਪਾਣੀ ਆਉਂਦਾ ਸੀ ਉਹਨਾਂ ਨੂੰ ਇਹਨਾਂ ਘੜਿਆਂ 'ਚ ਇਕੱਠਾ ਕਰਕੇ ਰੱਖ ਲਿਆ ਜਾਂਦਾ ਸੀ ਬਰਤਨ ਦੇ ਲਈ, ਵੀ ਤਾਂ ਕਿ ਸਾਡੀ ਵਰਤੋਂ 'ਚ ਆ ਸਕੇ। ਕਿਉਂਕਿ ਇੱਥੇ ਗਰਮੀ ਇੰਨੀ ਪੈਂਦੀ ਹੈ ਕਿ ਰੇਤ ਦੇ ਉੱਤੇ ਤੁਸੀਂ ਪਾਪੜ ਰੱਖ ਦਿਓ ਤਾਂ ਪੂਰਾ ਪੱਕ ਜਾਂਦਾ ਸੀ ਪਾਪੜ। ਪਾਟਵਾ ਹਵੇਲੀਆਂ ਦਿਖਾ ਰਹੇ ਆ ਤੇ ਨਿਕਾਸ਼ੀ ਕਮਾਲ ਦੀ ਕੀਤੀ ਹੋਈ ਆ। 60 ਸਾਲ ਲੱਗ ਗਏ ਸੀ ਇਹਨਾਂ ਹਵੇਲੀਆਂ ਨੂੰ ਬਣਾਉਣ ਦੇ ਲਈ। ਆ ਕਿਲੇ ਦੀ ਸਭ ਤੋਂ ਨਿੱਕੀ ਖਿੜਕੀ ਆ ਨਿੱਕੀ ਜਿਸ ਨੂੰ ਨਜ਼ਰ ਆ ਰਹੀ, ਇਹ ਕਿਉਂ ਸੀ ਕਿ ਇਧਰੋਂ ਪੌੜੀਆਂ ਚੜ੍ਹ ਕੇ ਜਿੱਥੋਂ ਆਏ ਆ ਵੀ ਪਰਲੇ ਪਾਸੇ ਦੀ ਗੇਟ ਸੀ ਉੱਥੋਂ ਦੀ ਖੜ ਕੇ ਇੱਥੋਂ ਦੀ ਵੇਖ ਸਕਦੇ ਸੀ ਪੌੜੀਆਂ ਤੋਂ ਕੌਣ ਆ ਰਿਹਾ। ਜੇ ਤਾਂ ਬੰਦਾ ਜਾਣੋ ਪਛਾਣੋ ਵਾਲਾ ਫਿਰ ਇਹ ਦਰਵਾਜ਼ਾ ਖੋਲ ਦਿੱਤਾ ਜਾਂਦਾ ਸੀ। ਤੁਸੀਂ ਕੈਰੋਸੀਨ ਫਰਿੱਜ ਉਸ ਸਮੇਂ ਦੀ ਪੁਰਾਣੀ, ਸ਼ਾਇਦ ਤੁਸੀਂ ਪਹਿਲੀ ਵਾਰੀ ਦੇਖ ਰਹੇ ਹੋਵੋਗੇ। ਟਰੈਵਲਿੰਗ ਟੈਂਪਲ ਕਹਿ ਦਿੰਦੇ ਆ ਇਹ, ਮਤਲਬ ਜੋ ਯਾਤਰਾ ਦੇ ਜਾਂਦੇ ਸੀ ਇਹ, ਮਤਲਬ ਜਿੱਥੇ ਵਪਾਰ ਕਰਨਾ ਉੱਥੇ ਆਪਦੇ ਨਾਲ ਟਰੈਵਲ ਕਰਨ ਸਮੇਂ ਇਸ ਮੰਦਿਰ ਨੂੰ ਲੈ ਜਾਂਦੇ ਸੀ। ਕੁਝ ਖਜ਼ਾਨਾ ਰੱਖਣ ਲਈ ਤਿਜੋਰੀ ਬਣਾਈ ਗਈ ਸੀ, ਇੱਕ ਲੋਕਰ ਆ, ਮਤਲਬ ਇੱਥੇ ਕੋਈ ਜਾਂਦਾ ਪੱਥਰ ਦੀ ਸੈੱਲ ਲਾ ਦਿੱਤੀ ਜਾਂਦੀ ਸੀ ਜਾਂ ਕੋਈ ਤਸਵੀਰ ਲਾ ਕੇ ਲੋਕ ਕਰ ਦਿੱਤਾ ਜਾਂਦਾ ਸੀ। ਸੇਵਾ ਵੀ 1947 ਦੇ ਵਿੱਚ 73 ਰੁਪਈਆਂ ਦਾ 8 ਗ੍ਰਾਮ ਸੋਨਾ ਆ ਜਾਂਦਾ ਸੀ 1947 ਚ। ਸਾਹਮਣੇ ਲੱਕੜ ਦਾ ਬਣਿਆ ਹੋਇਆ, ਫਾਰੋ ਦੇ ਲੱਕੜ ਦੇ ਬਣੇ ਹੋਏ ਆ, ਇਹ ਕੈਰੋਸੀਨ ਦੇ ਨਾਲ ਚੱਲਦਾ ਹੁੰਦਾ ਸੀਗਾ। ਮਤਲਬ 1914 ਦੇ ਨੇੜੇ ਤੇੜ ਦਾ ਇਹ ਜਿਹੜਾ ਵੱਡਾ ਜਿੰਦਾ ਇਹਨੂੰ ਹਸਬੈਂਡ ਵਾਈਫ ਜਿੰਦਾ ਕਹਿੰਦੇ ਆ। ਮਤਲਬ ਘਰ ਵਾਲੀ ਤੇ ਘਰ ਵਾਲਾ ਜਦੋਂ ਇਕੱਠੇ ਹੋਣਗੇ ਉਦੋਂ ਇਹ ਜਿੰਦਾ ਖੁੱਲਦਾ ਸੀ। ਮਤਲਬ ਦੋ ਚਾਬੀਆਂ ਸੀ, ਇੱਕ ਚਾਬੀ ਆ ਸੀ, ਇੱਕ ਚਾਬੀ ਆ ਵਾ। ਕਲਾਕਾਰੀ ਦੇਖੋ ਕਿੰਨੀ ਕਮਾਲ ਦੀ ਕੀਤੀ ਹੋਈ ਆ। ਸੋ ਮਤਲਬ ਮਿੱਟੀ ਦੇ ਤੇਲ ਨਾਲ ਚੱਲਣ ਵਾਲੀ ਇਹ ਪ੍ਰੈਸ ਹੁੰਦੀ ਸੀ ਉਹਨਾਂ ਵੇਲਿਆਂ ਦੇ ਵਿੱਚ ਬਣੀ, ਤੇ ਪਰਲੀ ਕੇ ਚ ਤੇਲ ਵੀ ਪਾਇਆ ਜਾਂਦਾ ਸੀ। ਜੋ ਸਿਰ ਬਾਉਂਦੇ ਸੀ ਤਾਂ ਨਾਲ ਦੀ ਨਾਲ ਸਿਰ ਵਾਇਆ ਜਾਂਦਾ ਸੀ, ਨਾਲ ਦੀ ਨਾਲ ਤੇਲ ਵੀ ਲੱਗ ਜਾਂਦਾ ਸੀ। ਮਤਲਬ ਇਸ ਤੇ ਛੱਤ ਦੇਖ ਲਓ ਇਹਦੀ ਕਿੰਨੀ ਖੂਬਸੂਰਤ ਆ, ਕਮਾਲ ਕੀਤੀ ਪਈ ਹੈ ਨਾ ਛੱਤ। ਇਸ ਤਰ੍ਹਾਂ ਨਜ਼ਰ ਆਓ ਸਟੀਮ ਕੁੱਕਰ, ਉਸ ਸਮੇਂ ਕੁੱਕਰ ਇਸ ਕਿਸਮ ਦੇ ਹੁੰਦੇ ਸੀ। ਸਟੀਮ ਤੇ ਦਿਖਾ ਦਿਓ, ਛੱਤ ਦੇਖੋ ਵੀ ਕਿੰਨੇ ਕਮਾਲ ਦੀ ਆ। ਤੇ ਇੱਥੇ ਬਹਿ ਕੇ ਉਹ ਨਾਚ ਗਾਣਾ ਸੁਣਦੇ ਹੁੰਦੇ ਸੀ, ਰਾਜਾ ਇੱਥੇ ਬੈਠੇ ਹੁੰਦੇ ਸੀ। ਆ ਗੱਡੀਆਂ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਭਾਰਤ ਦੇ ਸਭ ਤੋਂ ਖੂਬਸੂਰਤ ਸਮਾਰਕਾਂ ਦੇ ਵਿੱਚ ਇਹ ਹਵੇਲੀ ਆਉਂਦੀ ਆ। ਇਸ ਵਕਤ ਜੈਸਲਮੇਰ ਦੇ ਵਿੱਚ ਆ, ਪਾਟਵਾ ਹਵੇਲੀਆਂ ਦਿਖਾ ਰਹੇ ਆ ਤੇ ਨਿਕਾਸ਼ੀ ਕਮਾਲ ਦੀ ਕੀਤੀ ਹੋਈ ਆ। 60 ਸਾਲ ਲੱਗ ਗਏ ਸੀ ਇਹਨਾਂ ਹਵੇਲੀਆਂ ਨੂੰ ਬਣਾਉਣ ਦੇ ਲਈ। ਗੁਮਾਨ ਚੰਦ ਬਾਵਨਾ ਨੇ 1800 ਤੋਂ ਲੈ ਕੇ 1860 ਤੱਕ ਇਹ ਹਵੇਲੀਆਂ ਤਿਆਰ ਕਰਵਾਈਆਂ ਸੀਗੀਆਂ ਆਪਣੇ 5 ਜਵਾਕਾਂ ਦੇ ਲਈ। ਤੇ 5 ਹਵੇਲੀਆਂ ਤੁਹਾਨੂੰ ਇੱਥੇ ਲਗਾਤਾਰ ਦਿਸ ਜਾਣਗੀਆਂ, ਜਿਹਦੇ ਵਿੱਚੋਂ 2 ਤਾਂ ਭਾਰਤ ਸਰਕਾਰ ਨੇ ਆਪਦੇ ਅੰਡਰ ਕਰਕੇ ਬੰਦ ਕਰਤੀਆਂ ਸੀ, ਸੰਭਾਲ ਲਈਆਂ ਸੀਗੀਆਂ, ਤੇ ਕੁਝ ਪਬਲਿਕ ਲਈ ਖੁੱਲੀਆਂ ਨੇ। ਮੈਂ ਦੱਸਦਾ ਵੀ ਇੱਕ ਹਵੇਲੀ ਨੂੰ 12 ਸਾਲ ਲੱਗੇ ਸੀ, ਮਤਲਬ ਬਾਹਰੋਂ 60 ਸਾਲ ਲੱਗੇ ਸੀ। 1800 ਤੋਂ ਲੈ ਕੇ 1860 ਤੱਕ ਇਹ ਹਵੇਲੀਆਂ ਤਿਆਰ ਹੋਈਆਂ ਸੀਗੀਆਂ। ਤੇ 12 ਸਾਲ ਲੱਗਣ ਦਾ ਕਾਰਨ ਕੀ ਸੀ? ਆ ਮੋਟਾ ਜਿਹਾ ਤੁਹਾਨੂੰ ਦੱਸਦੇ ਆ ਵੀ ਆ ਨਿਕਾਸ਼ੀ ਦਿਖਾ ਦਿਓ ਕਿੰਨੀ ਖੂਬਸੂਰਤ ਆ। ਸਾਰਾ ਪੱਥਰ ਹੀ ਪੱਥਰ ਵਰਤਿਆ ਗਿਆ ਵਾ, ਤੇ ਪੱਥਰ ਦੇ ਵਿੱਚ ਕਿਤੇ ਵੀ ਚੂਨਾ ਨਹੀਂ ਵਰਤਿਆ ਗਿਆ। ਮਤਲਬ ਕਿ ਇੰਟਰਲੋਕਿੰਗ ਸਿਸਟਮ ਦੇ ਨਾਲ ਬਣੀਆਂ ਨੇ ਇਹ ਸਾਰੀਆਂ, ਇੰਟਰਲੋਕਿੰਗ ਸਿਸਟਮ ਦੇ ਨਾਲ ਬਣੀਆਂ ਹੋਈਆਂ ਨੇ। ਮਤਲਬ ਜਦੋਂ ਵੀ ਖੋਲਣਾ ਹੋਵੇ ਤਾਂ ਖੋਲ ਕੇ ਇਹਨੂੰ ਹੂਬਹੂ ਰੱਖ ਸਕਦੇ ਆ ਤੇ ਦੁਬਾਰੇ ਫਿਰ ਫਿੱਟ ਕਰ ਸਕਦੇ ਆ। ਇਸ ਤਰੀਕੇ ਦੇ ਨਾਲ ਇਹ ਹਵੇਲੀਆਂ ਬਣਾਈਆਂ ਗਈਆਂ ਸੀਗੀਆਂ। ਆ 5 ਹਵੇਲੀਆਂ ਨੇ, ਹਰ ਇੰਚ ਦੇ ਉੱਤੇ ਇਹਨਾਂ ਨੇ ਨਿਕਾਸ਼ੀਆਂ ਕੀਤੀਆਂ ਹੋਈਆਂ। ਪੱਥਰ ਦੇਖ ਲਓ, ਲੈ ਆਹ ਦੇਖੋ ਕਿਸ ਤਰੀਕੇ ਦੇ ਨਾਲ। ਆਪ ਗੁੱਪੀ ਨੇੜੋਂ ਕਰਕੇ ਦਿਖਾ ਦਿਓ ਵੀ ਕਿੰਨੀਆਂ ਖੂਬਸੂਰਤ ਚੀਜ਼ਾਂ ਤੇ ਕਿੰਨੀ ਮੀਨਾਕਾਰੀ ਨਿਕਾਸ਼ੀ ਪੱਥਰਾਂ ਦੇ ਉੱਤੇ ਕੀਤੀ ਗਈ ਆ। ਜੈਸਲਮੇਰ ਦੇ ਵਿੱਚ ਆ ਇਹ ਪਟਵਾ ਦੀ ਹਵੇਲੀ। ਕਿਤੇ ਪਟਵਾ ਉਹ ਹੁੰਦੇ ਜਿਹੜੇ ਸੋਨੇ ਚਾਂਦੀ ਦਾ ਵਪਾਰ ਕਰਦੇ ਆ ਜਾਂ ਕੁਝ ਦੇਣ ਲੈਣ ਵੇਚਣ ਦਾ ਵਪਾਰ ਕਰਦੇ, ਉਹਨਾਂ ਨੂੰ ਪਟਵਾ ਕਿਹਾ ਜਾਂਦਾ ਵਾ। ਉਹਨੇ ਆਪਦੇ ਗੁਮਾਨ ਚੰਦ ਬਾਵਨਾ ਨੇ ਆਪਦੇ 5 ਪੁੱਤਰਾਂ ਦੇ ਲਈ ਇਹ ਚੀਜ਼ਾਂ ਸਾਰੀਆਂ ਬਣਾਈਆਂ ਸੀ, ਜਿਹਦੇ 5 ਪੁੱਤਰ ਸੀਗੇ ਬਹਾਦਰ ਮਲ ਬਾਵਨਾ, ਸਵਾਈ ਰਾਮ ਬਾਵਨਾ, ਮੰਗਨੀ ਰਾਮ ਬਾਵਨਾ, ਜੋਹਰਾਵਰ ਮਲ ਬਾਵਨਾ, ਪ੍ਰਤਾਪ ਮਲ ਬਾਵਨਾ। ਉਹਨਾਂ 5 ਦੇ ਨਾਂ ਦੇ 5 ਹਵੇਲੀਆਂ ਬਣਾਈਆਂ ਸੀਗੀਆਂ। ਮਤਲਬ ਕਿਉਂਕਿ ਜਿਹੜਾ ਇਹ ਜੈਸਲਮੇਰ ਆ ਇਹ ਰੇਸ਼ਮ ਰੂਟ, ਪੁਰਾਣਾ ਰੇਸ਼ਮ ਰੂਟ ਹੁੰਦਾ ਸੀ, ਇੱਥੋਂ ਦੀ ਵਪਾਰ ਹੁੰਦਾ ਸੀ। ਤੁਹਾਨੂੰ ਮੈਂ ਦੱਸ ਦਿਆਂ ਮੱਧ ਏਸ਼ੀਆ, ਅਫਰੀਕਾ ਤੇ ਯੂਰਪ 3 ਵੱਡੇ ਮਹਾਦੀਪਾਂ ਥਾਣੀ ਲੋਕ ਗੁਜ਼ਰਦੇ ਹੁੰਦੇ ਸੀ ਕਾਫਲਿਆਂ ਦੇ ਵਿੱਚ ਦੀ, ਤੇ ਉਹ ਇੱਥੋਂ ਦੀ ਵਪਾਰ ਕਰਦੇ ਹੁੰਦੇ ਸੀਗੇ। ਇਹ ਸਾਰੀਆਂ ਅੰਦਰ ਕੀ ਚੀਜ਼ਾਂ ਪਈਆਂ ਉਹ ਦਿਖਾਵਾਂਗੇ। ਮਾੜੀ ਜੀ ਝਾਕੀ ਤੁਹਾਨੂੰ ਉਹ ਪਵਾ ਦਿਆਂ ਤਾਂ ਕਮਾਲ ਦਾ ਦ੍ਰਿਸ਼ ਆ, ਖੂਬਸੂਰਤੀ ਕਮਾਲ ਆ, ਦੇਖਣ ਜੋਗਾ। ਤੇ ਆਜੋ ਅੰਦਰਲੇ ਚੱਲਦੇ, ਗੋਪੀ ਵੀਰੇ ਆਜੋ, ਤੁਰਿਓ ਨਾਲ ਦੀ ਨਾਲ ਆਪਾਂ ਦੇਖਦੇ ਤੁਰੇ ਆਉਂਦੇ ਆ। ਇੱਥੋਂ ਪੌੜੀ ਚੜਾਂਗੇ, ਆਉਣਾ ਹੋਵੇ ਇੱਕ ਬੰਦੇ ਦੀ 150 ਰੁਪਇਆ ਟਿਕਟ ਆ ਇੱਥੇ। ਤੇ ਜੈਸਲਮੇਰ ਰਾਜਸਥਾਨ ਦੇ ਵਿੱਚ ਇਸ ਵਕਤ ਆਪਾਂ ਆਜੋ ਇੱਥੋਂ ਦੀ ਪੌੜੀਆਂ ਚੜ੍ਹਦੀਆਂ ਨੇ। ਆ ਦਾ ਐਂਟਰੀ ਗੇਟ ਸੀਗਾ ਵੱਡਾ, ਆ ਨਾਲ ਦੀ ਨਾਲ ਦਿਖਾਉਂਦੇ ਜਾਈਏ। ਆ ਵੱਡਾ ਐਂਟਰੀ ਗੇਟ ਸੀਗਾ ਇਹਦਾ ਬਣਿਆ ਹੋਇਆ। ਤੇ ਆ ਉੱਤੋਂ ਛੱਜੇ ਦੇਖੋ ਵੀ ਕਮਾਲ ਦੇ ਆ, ਇਹਦੇ ਵਿੱਚ ਸਰੀਏ ਵੀ ਮਾੜੇ ਲੋਹੇ ਦੀਆਂ ਰੌੜਾਂ ਪਾਈਆਂ ਗਈਆਂ ਨੇ। ਮਤਲਬ ਜਦੋਂ ਲੋੜ ਪਏ ਇਹਨੂੰ ਖੋਲ ਵੀ ਸਕਦੇ ਆ, ਇਸ ਤਰੀਕੇ ਦੀ ਬਣਾਈ ਸੀ। ਆਜੋ ਗੋਪੀ ਵੀਰੇ ਇੱਧਰ ਨੂੰ। ਆ ਦੇਖੋ ਦੀਵੇ ਦੂਵੇ ਰੱਖਣ ਦੇ ਲਈ ਕਿਆ ਯਾਰ ਕੰਮ ਕੀਤਾ ਵਾ, ਕਮਾਲ ਸੀ ਉਹ ਮਿਸਤਰੀ।
ਤੇ ਇਹ ਗੇਟ ਰੱਖਿਆ ਹੋਇਆ ਐਂਟਰੀ ਤੇ ਪੰਜੇ ਹਵੇਲੀਆਂ ਆਪਸ ਵਿੱਚ ਜੁੜੀਆਂ ਹੋਈਆਂ ਸੀ। ਗੁਪਤ ਕਮਰਿਆਂ ਦੇ ਰਾਹੀਂ ਜਿੰਨੀਆਂ ਹੀ ਉੱਚੀਆਂ ਵਾ ਉਨੀਆਂ ਥੱਲੇ ਵੀ ਆ, ਪਰ ਥੱਲੇ ਜਾਣਾ ਬੰਦ ਕੀਤਾ। ਮਤਲਬ ਪੰਜਾਂ ਚੋਂ ਇੱਕ ਰਾਣੀ ਪੰਜਵੀਂ ਹਵੇਲੀ ਤੱਕ ਜਾ ਸਕਦੀ ਸੀ, ਕਿਉਂਕਿ ਉਦੋਂ ਪਰਦਾ ਪ੍ਰਥਾ ਜ਼ਿਆਦਾ ਹੈਵੀ ਸੀ। ਰਾਣੀਆਂ ਆਮ ਤੌਰ ਤੇ ਖੁੱਲ੍ਹੇਆਮ ਇਦਾਂ ਜਾ ਨਹੀਂ ਸੀ ਸਕਦੀਆਂ, ਇਸ ਕਰਕੇ ਥੱਲੇ ਦੀ ਜਾਂਦੀਆਂ ਸੀ। ਆ ਇੱਥੋਂ ਦੀਆਂ ਪੌੜੀਆਂ ਨੇ, ਸਾਰੇ ਵੱਡੇ ਵੱਡੇ ਪੱਥਰ ਲੱਗੇ ਹੋਏ ਆ ਤੇ 60 ਸਾਲਾਂ 'ਚ ਤਿਆਰ ਹੋਈ ਸੀ। ਆਜੋ ਦੇਖੀਏ, ਆ ਕਿਲੇ ਦੀ ਸਭ ਤੋਂ ਨਿੱਕੀ ਖਿੜਕੀ ਆ ਨਿੱਕੀ ਜਿਸ ਨੂੰ ਨਜ਼ਰ ਆ ਰਹੀ। ਇਹ ਕਿਉਂ ਸੀ ਕਿ ਇਧਰੋਂ ਪੌੜੀਆਂ ਚੜ ਕੇ ਜਿੱਥੋਂ ਆਏ ਆ ਵੀ ਪਰਲੇ ਪਾਸੇ ਦੀ ਗੇਟ ਸੀ, ਉੱਥੋਂ ਦੀ ਖੜ ਕੇ ਇੱਥੋਂ ਦੀ ਵੇਖ ਸਕਦੇ ਸੀ ਪੌੜੀਆਂ ਤੋਂ ਕੌਣ ਆ ਰਿਹਾ। ਜੇ ਤਾਂ ਬੰਦਾ ਜਾਣੋ ਪਛਾਣੋ ਵਾਲਾ ਫਿਰ ਇਹ ਦਰਵਾਜ਼ਾ ਖੋਲ ਦਿੱਤਾ ਜਾਂਦਾ ਸੀ ਤੇ ਬੰਦਾ ਇੱਥੋਂ ਦੀ ਆ ਕੇ ਦੇਖ ਸਕਦਾ। ਇੱਥੋਂ ਦੀ ਆ ਕੇ ਉਹ ਬਾਰੀ ਥਾਣੀ ਨਿੱਕੀ ਥਾਣੀ ਦੇਖ ਲੈਂਦੇ ਸੀ ਕੌਣ ਆਇਆ ਤੇ ਕੌਣ ਗਿਆ ਵਾ। ਇਹ ਕੱਚ ਦਾ ਕੰਮ ਹੋਇਆ ਸਾਰਾ, ਜਿਹੜਾ ਕਿ ਬਾਅਦ ਦੇ ਵਿੱਚ ਲਗਭਗ ਦੱਸਿਆ ਜਾਂਦਾ ਕੁਝ ਪਹਿਲਾਂ ਦਾ ਕੁਝ ਬਾਅਦ ਦਾ ਨਵੀਨੀਕਰਨ ਇਹਦਾ ਕੀਤਾ ਗਿਆ ਵਾ। ਤੇ ਇਧਰਲੇ ਪਾਸੇ ਦਿਖਾ ਦਿਆ, ਆਹ ਸਾਰਾ ਕੱਚ ਹੀ ਕੱਚ ਆ, ਮਤਲਬ ਕੁਝ ਚਾਂਦੀ ਕੁਝ ਸੋਨਾ ਇਹ ਜਿਹਾ ਕੁਝ ਲਾ ਕੇ ਕੀਤਾ ਗਿਆ ਸੀ। ਆਹ ਹੈਗਾ ਵਾ ਹਾਊਸ ਟੈਂਪਲ। ਟਰੈਵਲਿੰਗ ਨੇੜੇ ਕਰਕੇ ਦਿਖਾ ਦਈਏ, ਟਰੈਵਲਿੰਗ ਟੈਂਪਲ ਕਹਿ ਦਿੰਦੇ ਆ। ਇਹ ਮਤਲਬ ਜੋ ਯਾਤਰਾ ਦੇ ਜਾਂਦੇ ਸੀ ਇਹ ਜੈਨ ਧਰਮ ਨੂੰ ਸੰਬੰਧ ਰੱਖਦੇ ਕਿ ਜੈਨ ਜ਼ਿਆਦਾਤਰ ਵਪਾਰੀ ਹੁੰਦੇ। ਇਹ ਉਸ ਸਮੇਂ ਦਾ ਚੱਲਦਾ ਫਿਰਦਾ ਮੰਦਿਰ ਸੀ, ਮਤਲਬ ਜਿੱਥੇ ਵਪਾਰ ਕਰਨਾ ਉੱਥੇ ਆਪਦੇ ਨਾਲ ਟਰੈਵਲ ਕਰਨ ਸਮੇਂ ਇਸ ਮੰਦਿਰ ਨੂੰ ਲੈ ਜਾਂਦੇ ਸੀ। ਕੁਝ ਦਵਾਤਾਂ ਨੇ, ਕੁਝ ਧਾਰਮਿਕ ਰੀਤਾਂ ਜੋਤ ਕਰਨ ਵਾਸਤੇ, ਕੁਝ ਅਲੱਗ-ਅਲੱਗ ਉਸ ਸਮੇਂ ਦੇ ਜੋ ਧਾਰਮਿਕ ਚੀਜ਼ਾਂ ਦੀ ਲੋੜ ਹੁੰਦੀ ਸੀ ਆਸਥਾ ਦੇ ਲਈ, ਉਹ ਸਾਰੀਆਂ ਚੀਜ਼ਾਂ ਇੱਥੇ ਰੱਖੀਆਂ ਗਈਆਂ ਨੇ ਇਸ ਹਵੇਲੀ ਦੇ ਵਿੱਚ। ਇਹ ਉਸ ਸਮੇਂ ਦਾ ਟਰੈਵਲਿੰਗ ਟੈਂਪਲ ਆ, ਮਤਲਬ ਮੰਦਿਰ ਤੇ ਸ਼ਰਧਾ ਨੂੰ ਆਪਦੇ ਨਾਲ ਉਹ ਲੈ ਕੇ ਚੱਲਦੇ ਹੁੰਦੇ ਸੀ। ਇਸ ਕਿਸਮ ਦੀਆਂ ਬਾਰੀਆਂ ਨੇ, ਮਤਲਬ 266 ਖਿੜਕੀਆਂ ਨੇ ਇਸ ਦੇ ਵਿੱਚ ਰੱਖੀਆਂ ਗਈਆਂ। ਆਜੋ ਕਮਾਲ ਦੇ, ਆ ਦੇਖੋ ਕਿੱਡਾ ਖੂਬਸੂਰਤ ਦ੍ਰਿਸ਼ ਆ ਦੇਖੋ, ਲੈ ਸਾਰੀ ਇਹਦੀ ਚਿੱਤਰਕਾਰੀ ਕਮਾਲ ਦੀ ਕੀਤੀ ਹੋਈ ਆ। ਮਾੜਾ ਜ਼ੂਮ ਕਰਕੇ ਦਿਖਾ ਦਿਓ, ਸਾਰੀ ਚਿੱਤਰਕਾਰੀ ਕਮਾਲ ਦੀ ਕੀਤੀ ਹੋਈ ਆ ਇੱਥੇ ਦੀ। ਦਰਸ਼ਕੋ, ਪੁਰਾਣੇ ਜ਼ਮਾਨੇ 'ਚ ਖਜ਼ਾਨਾ ਰੱਖਣ ਲਈ ਤਿਜੋਰੀ ਬਣਾਈ ਗਈ ਸੀ, ਇੱਕ ਲੋਕਰ ਆ, ਮਤਲਬ ਇੱਥੇ ਕੋਈ ਜਿਹੜਾ ਪੱਥਰ ਦੀ ਸੈੱਲ ਲਾ ਦਿੱਤੀ ਜਾਂਦੀ ਸੀ ਜਾਂ ਕੋਈ ਤਸਵੀਰ ਲਾ ਕੇ ਲੋਕ ਕਰ ਦਿੱਤਾ ਜਾਂਦਾ ਸੀ। ਹਾਂ, ਮਤਲਬ ਇੱਥੇ ਆਹ ਖਾਨਾ ਦਿੱਤਾ ਹੋਇਆ, ਇਹਦੇ ਵਿੱਚ ਇੱਕ ਕਿਸਮ ਦਾ ਲੋਕ ਲੱਗ ਜਾਂਦਾ ਸੀਗਾ। ਤਿਜੋਰੀਆਂ 3 ਕਿਸਮ ਦੀਆਂ ਹੁੰਦੀਆਂ, ਇੱਕ ਜਿਵੇਂ ਕੰਧ ਦੇ ਵਿੱਚ, ਇੱਕ ਪੌੜੀਆਂ ਚੜਨ ਦੇ ਵੇਲੇ ਕਿਉਂਕਿ ਉੱਥੇ ਪਤਾ ਨਹੀਂ ਲੱਗਦਾ, ਤੇ ਜਾਂ ਫਰਸ਼ ਦੇ ਥੱਲੇ। 3 ਕਿਸਮ ਦੀਆਂ, ਜਿਹਨੂੰ ਤੀਜੀ ਨੂੰ ਗੁਪਤ ਤਿਜੋਰੀ ਕਹਿੰਦੇ ਆ, ਜਿਹੜੀ ਫਰਸ਼ 'ਚ ਲੱਗਦੀ ਆ। ਆ ਵੀ ਉਸ ਸਮੇਂ ਦੀ ਤਿਜੋਰੀ ਬਣਾਈ ਹੋਈ ਸੀ, ਉੱਤੇ ਤਸਵੀਰ ਲਾ ਦਿੰਦੇ ਸੀ ਜਾਂ ਕੋਈ ਪੱਥਰ ਦੀ ਸੈੱਲ ਲਾਉਣੀ ਆ ਤਾਂ ਉਹ ਇਸ ਕਿਸਮ ਦਾ ਲੋਕ ਕਰਕੇ ਇੱਥੇ ਲਾ ਦਿੰਦੇ ਸੀਗੇ। ਆਜੋ ਇਧਰਲੇ ਪਾਸੇ ਨੂੰ ਲੈ ਕੇ ਚੱਲਣਾ ਮੈਂ, ਇਹਦੇ ਨਾਲ ਅਗਲਾ ਪੋਰਸ਼ਨ ਆ ਜਾਊਗਾ। ਮਤਲਬ ਜਦੋਂ ਤੁਸੀਂ ਕਦੇ ਘੁੰਮਣਾ ਹੋ, ਤੁਹਾਨੂੰ ਇਹ ਪੰਜਾਬੀ ਦੇ ਵਿੱਚ ਹਿੰਦੀ ਗਾਈਡ ਲੈਣ ਦੀ ਲੋੜ ਨਹੀਂ ਪੈਣੀ। ਆ ਦਰਵਾਜ਼ਾ ਪਾਰ ਕਰ ਲਿਆ, ਉਦੋਂ ਬਾਅਦ 'ਚ ਉਸ ਸਮੇਂ ਦੇ ਵੱਟੇ, ਆ ਸਾਰੇ ਵੱਟੇ ਪਏ ਹੋਏ ਨੇ। ਉਸ ਸਮੇਂ ਦੀ ਜਿਹੜੀ ਕਰੰਸੀ ਚੱਲਦੀ ਸੀ ਪਟਵਾ ਸੇਠ, ਇਹਨਾਂ ਦੇ ਨਾਲ ਹੀ ਸਿੱਕਿਆਂ ਦੇ ਮਤਲਬ ਵਪਾਰ ਵਗੈਰਾ ਕਰਦੇ ਹੁੰਦੇ ਸੀਗੇ। ਘਿਓ ਤੋਲਣਾ ਵਾ, ਕੋਈ ਹੋਰ ਸਬਜ਼ੀ ਭਾਜੀ ਦਾ ਕੰਮ ਕਰਨਾ ਵਾ, ਸਾਰਾ ਕੁਝ ਇੱਥੇ ਹੀ ਹੁੰਦਾ ਸੀਗਾ। ਉਸ ਸਮੇਂ ਦੇ ਕੁਝ ਰੇਟ ਵੀ ਲਿਖੇ ਹੋਏ ਆ। ਸੋਨਾ 73 ਰੁਪਏ ਮੇ 8 ਗ੍ਰਾਮ ਹੁੰਦਾ ਸੀ। 15 ਅਗਸਤ 1997 ਦਾ ਲਿਖਿਆ ਹੋਇਆ ਵਾ, ਇਹ ਨਹੀਂ, ਇਹ ਸ਼ਾਇਦ ਗਲਤ ਲਿਖਿਆ ਹੋਇਆ, ਮਤਲਬ ਅਖਬਾਰ ਦੀ ਜਾਣਕਾਰੀ ਆ। ਪਰ ਸੇਠਾਂ ਦੇ ਵੇਲੇ 1947 में आम वस्तुओं के भाव और आज के भाव में मतलब अंतर दस्या वा 1947 ਦੇ ਵਿੱਚ 73 ਰੁਪਈਆਂ ਦਾ 8 ਗ੍ਰਾਮ ਸੋਨਾ ਆ ਜਾਂਦਾ ਸੀ 1947 ਚ, ਤੇ ਆਲੂ ਉਦੋਂ 25 ਪੈਸੇ ਨੂੰ ਹੁੰਦੇ ਸੀ, ਤੇ ਆਟਾ ਹੈ ਸੀਗਾ 10 ਪੈਸੇ ਨੂੰ, ਚਾਵਲ 12 ਪੈਸੇ ਨੂੰ, ਕੇਲੇ 12 ਪੈਸੇ ਨੂੰ, ਸਭ ਇਹ ਜਿਹਾ ਕੁਛ ਆ। ਸਾਰੇ ਉਸ ਸਮੇਂ ਦੇ ਕਰੰਸੀ ਦੇ ਵੱਟੇ ਪਏ ਹੋਏ ਨੇ ਜਿਹੜੇ ਸਾਹਮਣੇ ਤੁਹਾਡੇ ਨਜ਼ਰ ਆਣਗੇ। ਇਹ ਹੈਗਾ ਸਫਾਰੀ ਕਟਰ, ਕੁਛ ਕੱਟਣ ਦੇ ਲਈ ਅਖਰੋਟ ਕੱਟਣੇ ਆ, ਕੋਈ ਸਫਾਰੀ ਖਾਂਦੇ ਹੁੰਦੇ ਆ ਇਹ, ਉਹਨਾਂ ਨੂੰ ਕੱਟਣ ਦੇ ਵਾਸਤੇ ਸਫਾਰੀ ਕਟਰ ਅੱਡ ਅੱਡ ਡਿਜ਼ਾਈਨਾਂ ਦੇ ਪਏ ਨੇ। ਕੋਈ ਕਿਸ ਕਿਸਮ ਦਾ, ਕੋਈ ਸ਼ੌਕੀਨ ਬੰਦੇ ਸੀ, ਇਸ ਕਰਕੇ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਵਧੀਆ ਤਰੀਕੇ ਨਾਲ ਚੰਗੇ ਸਾ ਚੀਜ਼ਾਂ ਉਹ ਵਰਤਦੇ ਹੁੰਦੇ ਸੀ ਆਪਣੇ ਖਾਣ ਪੀਣ ਦੇ ਲਈ। ਦਰਸ਼ਕੋ, ਆ ਹੈਗੇ ਨੇ ਪਥਰਾਟ, ਫੋਸਿਲ ਕਹਿ ਦਿੰਦੇ ਨੇ, ਮਤਲਬ ਹਜ਼ਾਰਾਂ ਸਾਲ ਪੁਰਾਣੇ ਫੋਸਿਲ ਨੇ ਜਿਹੜੇ ਕਿ ਲੱਕੜਾਂ ਵੀ ਪੱਥਰ ਬਣ ਚੁੱਕੀਆਂ ਸੀ, ਉਹਨਾਂ ਨੇ ਫੋਸਿਲ ਇੱਥੋਂ ਸਾਂਭ ਕੇ ਰੱਖੇ ਆ। ਇੱਥੇ ਇੱਕ ਫੋਸਿਲ ਪੁਆਇੰਟ ਵੀ ਹੈਗਾ ਵਾ ਜੋ ਹੋਰ ਕਿਤੇ ਪਾਰਕ ਦੇ ਵਿੱਚ ਬਣਿਆ ਉਹ ਵੀ ਦੇਖ ਸਕਦੇ ਆ, ਪਰ ਉਹਦੇ ਉਸ ਸਮੇਂ ਦੇ ਕੋਈ ਫੋਸਿਲ ਜਾਂ ਪਥਰਾਟ ਜਿਹੜੇ ਹਜ਼ਾਰਾਂ ਸਾਲ ਪੁਰਾਣੇ ਪੱਥਰ ਆ ਉਹਨਾਂ ਨੂੰ ਇੱਥੇ ਸਾਂਭ ਕੇ ਰੱਖਿਆ ਗਿਆ ਵਾ। ਤੇ ਇਧਰਲੇ ਪਾਸੇ ਆ ਜਾਈਏ, ਕਾਰਾਗਰੀ ਕਾਰਵਿੰਗ ਦਿਖਾ ਦਿਆਂ ਲੱਕੜ ਦੇ ਉੱਤੇ। ਆਹ ਦੇਖੋ, ਆ ਲੱਕੜ ਕਿੰਨੀ ਵਧੀਆ, ਅਖਰੋਟ ਦੀ ਲੱਕੜ ਸਾਰੀ ਵਰਤੀ ਜਾਂਦੀ ਸੀ ਉਦੋਂ, ਜਿਹੜੇ ਆ ਦਰਵਾਜ਼ੇ ਲੱਗੇ ਸਾਰੇ ਅਖਰੋਟ ਦੀ ਲੱਕੜ ਹੌਲੀ ਹੁੰਦੀ ਆ, ਮਜ਼ਬੂਤ ਹੁੰਦੀ ਆ, ਪਰ ਹੌਲੀ ਭਾਰ ਚ ਹੁੰਦੀ ਆ ਪਰ ਮਜ਼ਬੂਤੀ ਚ ਹੌਲੀ ਨਹੀਂ ਹੁੰਦੀ ਬਹੁਤ। ਆਹ ਅਖਰੋਟ ਦੀ ਲੱਕੜ ਦੇ ਨਮੂਨੇ ਬਰੀਕ ਕਰਕੇ ਨਾਲੋਂ ਜ਼ੂਮ ਕਰਕੇ ਦਿਖਾ ਦਿਓ ਕਿਸ ਹਿਸਾਬ ਦੇ ਨਾਲ ਕਿੰਨੇ ਖੂਬਸੂਰਤ ਨਮੂਨੇ ਪਾਏ ਗਏ ਆ। ਇਹ ਦੇਖੋ, ਲੈ ਕਿਉਂ ਮੰਨਦੇ ਹੋ, ਇਹ ਸਾਰੇ ਅਖਰੋਟ ਤੇ ਲੱਕੜ ਤੇ ਕਾਰਵਿੰਗ ਕੀਤੀ ਗਈ ਆ। ਉਸ ਸਮੇਂ ਦੇ ਮਿਸਤਰੀਆਂ ਦਾ ਕਮਾਲ ਸੀਗੇ। ਜਿਹੜਾ ਉਹ ਪੱਖਾ ਦੇਖ ਰਹੇ ਹੋ, ਜਿਹੜਾ ਤੁਸੀਂ ਸਾਹਮਣੇ ਲੱਕੜ ਦਾ ਬਣਿਆ ਹੋਇਆ, ਫਾਰੋ ਦੇ ਲੱਕੜ ਦੇ ਬਣੇ ਹੋਏ ਆ, ਇਹ ਕੈਰੋਸੀਨ ਦੇ ਨਾਲ ਚੱਲਦਾ ਹੁੰਦਾ ਸੀਗਾ।
मतलब 1914 ਦੇ ਨੇੜੇ ਤੇੜ ਦਾ ਮਾਡਲ ਆ ਇਹ। ਤੇ ਆ ਜਿਹੜਾ ਪੱਖਾ ਪਿਆ ਇਹ ਵੀ ਕੈਰੋਸੀਨ ਦੇ ਨਾਲ ਚੱਲਦਾ ਹੁੰਦਾ ਸੀਗਾ। मतलब इत्थे राजा बैठदा हुंदा सी। एक मैं तुहानूं होर दिखा दियां, ਜਿਹੜੀਆਂ ਔਰਤਾਂ ਸੀ दिन ਤਿਉਹਾਰਾਂ ਦੇ ਉੱਤੇ ਅੱਡ ਅੱਡ ਡਰੈਸਾਂ ਪਾਉਂਦੀਆਂ ਸੀ। ਜਿਹੜੀ ਆਹ ਵਾ ਇਹਨੂੰ ਕੋਟਾ ਡੋਰੀਆ ਡਰੈਸ ਕਹਿੰਦੇ ਆ। ਲਾਲ ਰੰਗ ਦੇ ਵਿੱਚ ਨਜ਼ਰ ਆ ਰਹੀ ਆ। ਇਹਨੂੰ ਜਿਹੜੀ ਲਾਲ ਰੰਗ ਦੀ ਡਰੈਸ ਨੂੰ ਇਹਨੂੰ ਪੂਜਾ ਦੇ ਵਕਤ ਪਾਇਆ ਜਾਂਦਾ ਸੀ। ਜਿਹੜੀ ਲਾਲ ਰੰਗ ਦੀ ਆ, ਜਿਹੜੀ ਇਹ ਆ ਗੁਲਾਬੀ, ਇਹਨੂੰ ਪਾਇਆ ਜਾਂਦਾ ਸੀ ਦੀਵਾਲੀ ਦੇ ਸਮੇਂ ਪਾਇਆ ਜਾਂਦਾ ਹੁੰਦਾ ਸੀਗਾ। मतलब ਜਿਹੜੀ ਆਹ ਰੰਗ ਦੀ ਡਰੈਸ ਆ, ਜਿਹੜੀ ਆਹ ਲਾਲ ਰੰਗ ਤੇ ਥੋੜੇ ਜਿਹੇ ਫੁੱਲ ਹੋਰ ਨਜ਼ਰ ਆ ਰਹੇ ਆ, ਇਹਨਾਂ ਨੂੰ ਵਿਆਹ ਸ਼ਾਦੀਆਂ ਦੇ ਵਿੱਚ ਜਾਂ ਉਸ ਤਰੀਕੇ ਨਾਲ ਮੈਰਿਜ वगैरह ते पाया जाता। मैजेंटा किस्म का हुण भी लोग मैजेंटा ही पाउंदे, जां बरखा रुत दे विच इहनूं ज़्यादा पा लिया जाता। जिहड़ी आ वा ये सूर्य पूजन के समय पाई जाती सी। आ जिहड़ी येलो आ ये सूर्य पूजन क्योंकि उहदे नाल मिलदा जुलदा हैगी ड्रैस, मतलब सूरज दे नाल, इस करके इहनूं उदों पाया जाता सी। यह जिहड़ा कोई विआह शादियां लई आ परफेक्ट ड्रैस सी। मतलब विआह शादी लई ये ड्रैस ज़्यादा पाउंदियां हुंदियां सी उस समय दीयां औरतां। ये साड़ियां दे नमूने ने ते राजस्थानी ठेठ जो ड्रैस ने जिहड़े विआह शादी के समय पाए जाते। औरत इस किस्म की ड्रैस पाउंदी हुंदी सीगी विआह के समय, ते मुंडा इस किस्म की ड्रैस पाउंदा सीगा। हाथ च कटार वगैरह इदां फड़ के साफा रह जी, ये ड्रैस उदों पाउंदे हुंदे सीगे। दूजी गल ये भी आ भी एक किसी दिन त्यौहार ते पाउण वास्ते ड्रैस सी। आ भी उस समय के कुछ नमूने पए ने, भी दिनां त्यौहारां ते पाई जांदी सी। ते आह हैगी आ ये भी ड्रैस लहरिया वगैरह, मतलब धार्मिक पचरंगी ਜਾਂ हवन यज्ञ करना उदों ये ड्रैसां पाईयां जांदियां सी। ਇਹਦੇ ਨਾਲ ये होली ते पाई जांदी सी। आह ड्रैस आ ਜਿਹੜੀ ਨੇੜੇ ਕਰਕੇ ਦਿਖਾ ਦਿਓ, ਇਹ ਹੋਲੀ ਦੇ ਉੱਤੇ ड्रैस पाई जांदी सी। ਤੇ ਆਹ ਜਿਹੜੀ ਸੀ ਮੌਤ ਦੇ ਸਮੇਂ ਕੋਈ ਜਦੋਂ ਨਾ ਉਦਾਸੀ ਆ ਜਾਂਦੀ ਸੀ, ਚਿੱਟੇ ਰੰਗ ਦੀ ਕੁਝ ਫਿੱਕੇ ਫੁੱਲ ਨੇ, ਇਹ ਕੋਈ ਮੌਤ ਹੋ ਜਾਂਦੀ ਸੀ ਉਦਾਸੀ ਕਾਰਜਕ੍ਰਮਾਂ ਦੇ ਵਿੱਚ ਜਾਂ ਪ੍ਰੋਗਰਾਮਾਂ 'ਚ ਪਾਉਣ ਵਾਸਤੇ ਬਣੀ ਸੀਗੀ। ਇਹਦੇ ਵਾਸਤੇ ਹੁੰਦਾ ਵੀ ਆ ਸ਼ਾਹੀ डाइनिंग टेबल ने, मतलब कमाल दे उस समय दे पुराने पए ने, राजियां महाराजियां वेले दे कह सकते हैं। वो ग्रामोफोन्स ने उस समय रिकॉर्ड वगैरह सुन लई, पर ये टैलीफोन पिया वा, कुछ शीशे पए ने। ते इधरले पासे समय दिखा दें उस समय दे शाही आ हैगी है, मतलब कह सकते हैं कि उस समय डोली नुमा चूज पालकी कह सकते हैं। उन्होंने हार चक के ले जाते, पालकी है ये चक के ले जाके जाते दो बंदे। आ साइकिल उस समय का पुराने फोल्डेबल साइकिल, इन्हू इकट्ठा करके किते भी लिजाया जा सकता सी। वो जिहड़े उत्ते बत्ती जी लगी है, निक्की जी जूम करके दिखा दिओ, ये लाइट आ, ये लाइट चानण करदी सीगी इन्हां दे ते उदों बाਅਦ आह दर्शकों ਇਹਦੇ ਨਾਲ ਤੁਹਾਨੂੰ मैं होर दस दियां। ਉਹ ਜਿਹੜਾ ਇੱਕ ਪਈ ਆ ਚੀਜ਼ ਉਹ ਚਾਨਣ ਵਾਸਤੇ, ਆ ਚੀਜ਼ ਚਾਨਣ ਵਾਸਤੇ ਹੁੰਦੀ ਸੀ, ਘਿਓ ਦਾ ਦੀਵਾ ਬਲਿਆ ਜਾਂਦਾ ਸੀ। ਜਦੋਂ ਪਾਲਕੀ ਜਾਂਦੀ ਸੀ ਤਾਂ ਚਾਨਣ ਇਹਦੇ ਨਾਲ ਕੀਤਾ ਜਾਂਦਾ ਸੀਗਾ। ਜਿਹੜੀ ਆਹ ਥੱਲੇ ਪਈ ਆ ਸੀਟ, ਇਹ ਉਸ ਸਮੇਂ ਦੀ ਟਵਾਇਟ ਸੀ, मतलब ਡਿਸਪੋਜ਼ ਜਿੱਧਰ ਮਰਜ਼ੀ ਚੱਕ ਕੇ ਜੋ ਜਿੱਥੇ ਰਾਜਾ ਮਹਾਰਾਜਾ ਸੀ ਉਹਦੇ ਨਾਲ ਇਹ ਚੀਜ਼ ਨੂੰ ਰੱਖਦੇ ਹੁੰਦੇ ਸੀਗੇ। ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਦੂਜੇ ਲੋਕ ਜੋ ਹੁੰਦੇ ਸੀ ਉਸ ਸਮੇਂ ਦੇ ਕੰਮ ਕਰਨ ਵਾਲੇ, ਉਹ ਸੱਟ ਕੇ ਇਹਨੂੰ ਸਾਫ਼ ਵਗੈਰਾ ਕਰਕੇ ਰੱਖ ਦਿੰਦੇ ਸੀ। ਆ ਵੀ ਪੁਰਾਣਾ ਫੋਲਡੇਬਲ ਸਾਈਕਲ ਆ। ਆਜੋ ਇਧਰਲੇ ਪਾਸੇ ਆਪਾਂ ਅੱਗੇ ਜਾ ਕੇ ਦੇਖਦੇ ਹਾਂ। ਭੀੜੇ ਭੀੜੇ ਦਰਵਾਜ਼ੇ ਨੇ, ਆਜੋ ਇੱਧਰ ਦੀ ਚੱਲ ਗਏ। ਆਜੋ ਗੋਪੀ ਵੀਰੇ ਲੱਗ ਜੋ ਤਾਂ ਇੱਧਰ ਕੁਝ ਦਰਵਾਜ਼ੇ ਨੇ, ਕੁਝ ਪੌੜੀਆਂ ਥੱਲੇ ਵੀ ਨਜ਼ਰ ਆ ਰਹੀਆਂ ਨੇ। ਆ ਥੱਲੇ ਵੀ ਪੌੜੀਆਂ ਜਾ ਸਕਦੀਆਂ ਨੇ ਇਹਦੇ ਜਾਂਦੀਆਂ, ਪਰ ਹੁਣ ਫਿਲਹਾਲ ਹਨੇਰਾ ਵਾ, ਬੰਦ ਕੀਤੀਆਂ ਹੋਈਆਂ ਨੇ। ਇੱਧਰਲੇ ਆਹ ਦਰਸ਼ਕ ਉੱਠ ਦੀ ਕਾਠੀ ਆ, ਊਠ ਤੇ ਪਾਉਣ ਦੇ ਲਈ ਵਰਤੀ ਜਾਂਦੀ ਸੀ। ਇਹਦੇ ਨਾਲ ਆ ਜੋ ਕੁਝ ਜਿੰਦੇ ਨੇ, ਅੱਜ ਤੁਹਾਨੂੰ ਨੇੜੇ ਕਰਕੇ ਦਿਖਾ ਦਈਏ। ਕੁਝ ਉਸ ਸਮੇਂ ਦੇ ਬਣਾਏ ਗਏ ਜਿੰਦੇ ਨੇ, ਜਿਹੜੇ ਉਸ ਸਮੇਂ ਘਰਾਂ ਨੂੰ, ਦਰਵਾਜ਼ਿਆਂ ਨੂੰ, ਲੋਕਰਾਂ ਨੂੰ ਲਾਏ ਜਾਂਦੇ ਸੀ। ਜਿੰਦੇ ਨੇ ਖਾਸ ਕਿਸਮ ਦੇ, ਥੱਲੇ ਵੀ ਇੱਧਰਲੇ ਪਏ ਆ ਕੁਝ ਉਸ ਸਮੇਂ ਦੇ ਖਾਸ ਜਿੰਦੇ ਨੇ, ਜਿਹੜੇ ਸਾਰੇ ਉਸ ਸਮੇਂ ਦੇ ਵਿੱਚ ਵਰਤੋਂ ਦੇ ਵਿੱਚ ਰਾਜੇ ਮਹਾਰਾਜੇ ਆਪਦੇ ਕਾਰੋਬਾਰ ਦੇ ਲਈ ਵਰਤਦੇ ਹੁੰਦੇ ਸੀ। ਤੇ ਇੱਕ ਆ ਜਿਹੜਾ ਵੱਡਾ ਜਿੰਦਾ ਵਾ, ਇਹ ਜਿਹੜਾ ਵੱਡਾ ਜਿੰਦਾ ਇਹਨੂੰ ਹਸਬੈਂਡ ਵਾਈਫ ਜਿੰਦਾ ਕਹਿੰਦੇ ਆ। मतलब घर वाली ते घर वाला जो इकट्ठे होणगे उदों ये जिंदा खुलदा सी। मतलब दो चाबियां सी, एक चाबी आ सी, एक चाबी आ वा। जदों ये दो चाबियां इकट्ठियां होणगियां फिर इहने खुलना सीगा, नहीं तां ये कल्ला खुलदा नहीं सी। इहनूं हसबैंड वाइफ ताला कहा जांदा, जिंदा कहा जांदा। इहदियां कुछ नस्लां थल्ले पईयां ने। ते इदों बिना तुहानूं मैं दस दियां भी एक वड्डा जिंदा हुंदा सीगा। ते आ देखो आ हैगा वड्डा जिंदा। जदों सारा टब्बर किसी पासे खास तौर पे राजा मा जांदा सी उदों ये जिंदा लाया जांदा सी, वड्डा जिंदा सीगा। इहनूं तोड़ सकना बहुत औखा काम सी। एक जिंदियां दीयां नस्लां एक आ पईयां ने, आ भी उस समय दे पुराने जिंदे दीयां नस्लां ਜਿਹੜੀਆਂ किलियां नूं आम जिंदा ही लाया जांदा सीगा, किलियां 'ਚ ਵਰਤਿਆ ਜਾਂਦਾ ਸੀ। आ सारे उस समय दे जिंदियां दीयां नस्लां ही ਤੁਹਾਡੇ सामने स्क्रीन ਤੇ ਚੱਲ ਰਹੀਆਂ। ਇਹ ਵੀ ਇੱਕ ਨਿੱਕੀ ਜੀ ਖਿੜਕੀ ਲੱਗੀ ਹੋਈ ਆ, ਦੇਖੋ ਨਿੱਕਾ ਜਿਹਾ ਖਿੜਕੀ ਉਸ ਸਮੇਂ ਦੀ ਲੱਗੀ। ਤਕਰੀਬਨ 266 ਖਿੜਕੀਆਂ ਨੇ ਇਸ ਦੇ ਵਿੱਚ। ਇਦੋਂ ਬਾਅਦ ਤੁਹਾਨੂੰ ਲੈ ਕੇ ਆਉਣਾ ਵਾ ਰਾਜੇ ਦੇ, मतलब जिथे राजा सौंदा हुंदा सी, राजे दे कमरे दे विच लेके आ गयागे। इदों बाद तुहानूं दिखा दियां, आजो इधरले पासे आ दरवाजे भी सारे अखरोट दी लक्कड़ दे बने हुए, जिन्ने भी दरवाजे बने आ। ते आ सी अगे मनोरंजन दे लई कोई साधन टीवी तां हुंदा नहीं सी। उदों आ पाशा वगैरह इत्थे खेडा जांदे सी, जिहड़े मंत्री हुंदे सी, संतरी हुंदे वड्डे अहुदे वाले
ਉਹ ਰਾਜਾ ਆਪਦੇ ਕਮਰੇ 'ਚ ਸੱਦ ਲੈਂਦਾ ਸੀ ਰਾਤ ਨੂੰ, ਫਿਰ ਐਂ ਖੇਡੀ ਖੁੱਡੀ ਜਾਂਦੇ ਸੀ ਜਦੋਂ ਜੀ ਕਰਦਾ ਸੀ। ਉਹ ਵੀ ਇੱਕ ਤਜ਼ੂਰੀ ਪਈ ਆ, ਉਹ ਤਾਨਪੁਰਾ ਪਿਆ ਉਧਰਲੇ ਪਾਸੇ, ਤੇ ਆਹ ਰਿਕਾਰਡ ਸੁਣ ਲਈ ਆ ਉਸ ਸਮੇਂ ਦੀ ਗ੍ਰਾਮੋਫੋਨ ਮਸ਼ੀਨ ਕਹਿ ਸਕਦੇ ਆ। ਬਣੀ ਜਿਹੜੀ ਛੱਤ ਆ ਇਹਦੀ ਇਹ ਵੀ ਚੰਦਨ ਦੀ ਹੁੰਦੀ ਸੀ, ਪਰ ਹੁਣ ਥੋੜੇ ਬਦਲ ਕੇ ਇਹਨਾਂ ਨੇ ਨਵੀਂ ਕਰਤੀ ਆ। ਉੱਤੋਂ ਇੱਥੇ ਮਤਲਬ ਲੱਕੜ ਦੇ ਉੱਤੇ ਪੱਥਰ ਦੀਆਂ ਸਲੇਟਾਂ ਨੇ, ਮਤਲਬ ਗਰਮੀਆਂ ਦੇ ਵਿੱਚ ਵੀ ਮੌਜ ਲੱਗਦੀ ਸੀ। ਤੇ ਆਹ ਰਾਜੇ ਦਾ ਬੈੱਡ ਆ, ਇਹ ਸਾਰਾ ਚਾਂਦੀ ਦਾ ਬਣਿਆ ਹੋਇਆ ਬੈੱਡ ਆ। ਮਰਨ ਦਾ ਮਤਲਬ ਰਾਜਾ ਇੱਥੇ ਪਿਆ ਹੁੰਦਾ ਸੀਗਾ ਤੇ ਸਾਹਮਣੇ ਮੰਤਰੀ ਵਗੈਰਾ ਚੋਪੜ ਵਗੈਰਾ ਇੱਥੇ ਖੇਡੀ ਜਾਂਦੇ ਹੁੰਦੇ ਸੀਗੇ। ਆ ਸਾਰਾ ਉਸ ਸਮੇਂ ਦਾ ਚਾਂਦੀ ਦਾ ਬਣਿਆ ਹੋਇਆ ਵਾ। ਥੋੜੀ ਜਿਹੀ ਚਾਂਦੀ ਕਾਲੀ ਪੈ ਚੁੱਕੀ ਆ। ਉਹ ਸਾਹਮਣੇ ਸਟਿੱਕਾਂ ਪਈਆਂ ਨੇ, ਉੱਥੇ ਰਾਜੇ ਦੀਆਂ ਸੋਟੀਆਂ ਪਈਆਂ ਹੁੰਦੀਆਂ ਸੀਗੀਆਂ, ਜਿੱਥੇ ਰਾਜਾ ਰੋਜ਼ ਆਪਦੀ ਬਦਲਵੀਂ ਸਟਿੱਕ ਲੈ ਕੇ, ਖੁੰਡੀ ਲੈ ਕੇ ਮਹਿਲਾਂ ਦੇ ਵਿੱਚ ਜਾਂ ਕਿਤੇ ਹੋਰ ਯਾਤਰਾ ਤੇ ਉੱਥੋਂ ਸੁੱਟੀ ਲੈ ਕੇ ਜਾਂਦਾ ਹੁੰਦਾ ਸੀਗਾ। ਆਜੋ ਨਾਲ ਦੀ ਨਾਲ ਦਿਖਾਈ ਚੱਲਾਂ ਮੈਂ। ਆ ਸਾਰਾ ਚਾਂਦੀ ਦਾ ਹੀ ਬਣਿਆ ਹੋਇਆ ਵਾ, ਜਿੰਨਾ ਵੀ ਇਹ ਬਣਿਆ ਹੋਇਆ। ਦਰਸ਼ਕੋ ਆ ਇੱਥੇ ਦੀਵਾ ਰੱਖਿਆ ਜਾਂਦਾ ਸੀਗਾ, ਉਹਦੇ ਉੱਤੇ ਇੱਥੇ ਦੀਵਾ ਰੱਖਿਆ ਜਾਂਦਾ ਸੀ। ਜਿਹਦੀ ਲੋਹ ਹੁੰਦੀ ਸੀ ਇੱਥੇ ਜੰਮ ਜਾਂਦੀ ਸੀ, ਜਿਹੜੀ ਲੋਹ ਜੰਮ ਜਾਂਦੀ ਸੀ ਉਹਨੂੰ ਇੱਥੋਂ ਕੱਢ ਕੇ ਅੱਖਾਂ ਦੇ ਵਿੱਚ ਕੱਜਲ ਦੇ ਤੌਰ ਤੇ ਵਰਤਿਆ ਜਾਂਦਾ ਸੀ। ਮਤਲਬ ਇੱਥੋਂ ਐ ਕਰਕੇ ਦੇਸੀ ਘਰ ਦੀਵਾ ਵਾਲੇ ਉਹਦਾ ਫਿਰ ਕੱਜਲ ਇੱਥੋਂ ਕੱਢ ਕੇ ਵਰਤ ਲਿਆ ਜਾਂਦਾ ਸੀਗਾ। ਇਹ ਡਰੈਸਿੰਗ ਰੂਮ ਆ। ਆ ਜਿਹੜੀਆਂ ਸਾਰੇ ਚਿੱਤਰ ਤੁਸੀਂ ਦੇਖ ਰਹੇ ਹੋ, ਇਹ 16 ਸਿੰਗਾਰਾਂ ਨੂੰ ਦਰਸਾ ਰਹੀਆਂ ਤਸਵੀਰਾਂ ਨੇ। ਉਸ ਸਮੇਂ ਔਰਤਾਂ ਜਾਂ ਰਾਣੀਆਂ 16 ਸਿੰਗਾਰ ਕਰਦੀਆਂ ਹੁੰਦੀਆਂ ਸੀ, ਉਹ ਸਾਰੀਆਂ ਤਸਵੀਰਾਂ ਇੱਥੇ ਦਿਖਾ ਰਹੇ ਆ। ਮਤਲਬ ਤਸਵੀਰਾਂ ਕਰਾਈਆਂ ਸਾਰੀਆਂ ਚੀਜ਼ਾਂ ਨੂੰ ਦਿਖਾਇਆ ਗਿਆ, ਤੇ ਕਲਾਕਾਰੀ ਦੇਖੋ ਕਿੱਡੀ ਕਮਾਲ ਦੀ ਕੀਤੀ ਹੋਈ ਆ। ਸੋ ਮੈਂ ਇੱਧਰ ਪਾਸੇ ਦਿਖਾ ਦਿਆਂ ਵੀ ਇਹ ਰਾਣੀਆਂ ਦੇ ਤਿਆਰ ਹੋਣ ਵਾਸਤੇ ਸੀ। ਉਹ ਦੇਖੋ ਸ਼ੀਸ਼ੇ ਸਾਹਮਣੇ ਪਏ ਹੋਏ ਆ, ਉਸ ਸਮੇਂ ਦੇ ਇਤਰ ਵਗੈਰਾ ਰੱਖਣ ਦੇ ਲਈ ਸਮਾਨ ਪਿਆ ਹੋਇਆ ਸਾਹਮਣੇ। ਉਹ ਚਿੱਟੇ ਰੰਗ ਦੇ ਹਾਥੀ ਦੰਦ ਦੇ ਚੂੜੇ ਨੇ, ਕਿਉਂਕਿ ਉਸ ਸਮੇਂ ਮਾਮਾ ਮਹਿੰਗੀਆਂ ਚੀਜ਼ਾਂ ਪਾਉਂਦਾ ਸੀ ਤੇ ਫਿਰ ਵੀ ਤਕੜੇ ਬੰਦੇ ਸੀ। ਇਹ ਹਾਥੀ ਦੰਦ ਦੇ ਚੂੜੇ ਪਾਉਂਦੇ ਸੀ, ਜਿਹੜੇ ਕਿ ਹੁਣ ਤਾਂ ਬੈਨ ਹੋ ਚੁੱਕੇ ਨੇ। ਉਸ ਸਮੇਂ ਦੀਆਂ ਬਣੀਆਂ ਹੋਈਆਂ ਕੁਝ ਚੀਜ਼ਾਂ ਨੇ। ਉਹ ਪਾਸੇ ਤੁਹਾਨੂੰ ਪ੍ਰੈਸ਼ਕੋ ਆ ਪ੍ਰੈਸ ਆ, ਇਹ ਕੈਰੋਸੀਨ ਦੇ ਨਾਲ ਚੱਲਦੀ ਹੁੰਦੀ ਸੀ ਪ੍ਰੈਸ ਆ ਸਾਰੀ। ਆ ਜਿਹੜੀ ਪਈ ਆ ਤੁਹਾਡੇ ਸਾਹਮਣੇ ਨਜ਼ਰ ਆਣਾ, ਮਤਲਬ ਮਿੱਟੀ ਦੇ ਤੇਲ ਨਾਲ ਚੱਲਣ ਵਾਲੀ ਇਹ ਪ੍ਰੈਸ ਹੁੰਦੀ ਸੀ ਉਹਨਾਂ ਵੇਲਿਆਂ ਦੇ ਵਿੱਚ ਬਣੀ। ਤੇ ਪਰਲੇ ਪਾਸੇ ਉਹ ਲੇਡੀਜ਼ ਕੌਂਪ ਪਿਆ ਵਾ, ਕੰਘਾ ਪਿਆ ਵਾ ਪਰਲੇ ਪਾਸੇ। ਉਹ ਕੰਘਾ ਇਸ ਕਿਸਮ ਦਾ ਸੀ ਕਿ ਉਹ 'ਚ ਤੇਲ ਵੀ ਪਾਇਆ ਜਾਂਦਾ ਸੀ। ਉਹ ਸਿਰ ਬਾਉਂਦੇ ਸੀ ਤਾਂ ਨਾਲ ਦੀ ਨਾਲ ਸਿਰ ਵਾਇਆ ਜਾਂਦਾ ਸੀ, ਨਾਲ ਦੀ ਨਾਲ ਤੇਲ ਵੀ ਲੱਗ ਜਾਂਦਾ ਸੀ। ਮਤਲਬ ਇਸ ਕਿਸਮ ਦੇ ਉੱਥੇ ਕੰਘੇ ਪਏ ਹੋਏ ਨੇ, ਜਿਹੜੇ ਸਾਹਮਣੇ ਤੁਹਾਡੇ ਸਕਰੀਨ ਤੇ ਚੱਲ ਰਹੇ ਨੇ। ਇਧਰਲੇ ਪਾਸੇ ਦਿਖਾ ਦਿਆਂ, ਇਹ ਸਿਲਾਈ ਮਸ਼ੀਨ ਆ। ਇਹ ਅਮਰੀਕਾ ਦੀ ਬਣੀ ਹੋਈ ਸਿਲਾਈ ਮਸ਼ੀਨ ਆ, ਜਿਹੜੀ ਮਤਲਬ ਉਦੋਂ ਬਲਿਆਂ ਦੀ 100 ਸਾਲ ਪੁਰਾਣੀ ਆ। 1850 ਦੇ ਕਰੀਬ ਇਹ ਕੰਪਨੀ ਸਥਾਪਿਤ ਹੋਈ ਸੀ, ਅਮਰੀਕਨ ਕੰਪਨੀ ਸੀ। ਵਿਲੀਅਮ ਐਂਡ ਵਿਲਸਨ ਨਾਂ ਦੀ ਕੰਪਨੀ ਸੀ ਜਿਹਨੇ ਇਹ ਮਸ਼ੀਨ ਤਿਆਰ ਕੀਤੀ ਸੀ। ਉਸ ਸਮੇਂ ਦੀ ਬਣੀ ਹੋਈ ਮਸ਼ੀਨ ਆ। ਸ਼ਿੰਗਾਰਦਾਨੀਆਂ ਪਈਆਂ ਹੋਈਆਂ ਨੇ ਇੱਥੇ। ਇਹ ਸੀਗਾ ਰਾਣੀ ਦਾ ਡਰੈਸਿੰਗ ਰੂਮ। ਤੇ ਪਾਸੇ ਆ ਕਢਾਈ ਦੇਖ ਲਓ ਕਿਸ ਕਿਸਮ ਦੀ ਕੀਤੀ ਹੋਈ ਆ। ਦੇਖੋ ਸਾਰਾ ਸੋਨੇ ਦੇ ਨਾਲ ਕਢਾਈ ਕੀਤੀ ਹੋਈ ਆ, ਜਿਹੜੀ ਯੈਲੋ ਰੰਗ ਦੇ ਵਿੱਚ ਤੁਹਾਨੂੰ 골ਡ ਕਲਰ ਦੇ ਵਿੱਚ ਦਿਸ ਰਹੀ ਆ। ਆਜੋ ਅੱਗੇ ਚੱਲੀਏ। ਦਰਸ਼ਕੋ ਇਹ ਲੋਹੇ ਦੇ ਬਰਤਨ ਨੇ, ਇੱਕ ਕਿਸਮ ਦੇ ਘੜੇ ਜੇ ਬਣੇ ਹੋਏ ਤੁਹਾਨੂੰ ਨਜ਼ਰ ਆ ਜਾਣਗੇ। ਇਹ ਕਿਉਂ ਸੀ ਕਿ ਜਦੋਂ ਬਾਰਿਸ਼ ਦਾ ਪਾਣੀ ਆਉਂਦਾ ਸੀ ਉਹਨਾਂ ਨੂੰ ਇਹਨਾਂ ਘੜਿਆਂ 'ਚ ਇਕੱਠਾ ਕਰਕੇ ਰੱਖ ਲਿਆ ਜਾਂਦਾ ਸੀ ਬਰਤਨ ਦੇ ਲਈ, ਵੀ ਤਾਂ ਕਿ ਸਾਡੀ ਵਰਤੋਂ 'ਚ ਆ ਸਕੇ। ਕਿਉਂਕਿ ਇੱਥੇ ਗਰਮੀ ਇੰਨੀ ਪੈਂਦੀ ਹੈ ਕਿ ਰੇਤ ਦੇ ਉੱਤੇ ਤੁਸੀਂ ਪਾਪੜ ਰੱਖ ਦਿਓ ਤਾਂ ਪੂਰਾ ਪੱਕ ਜਾਂਦਾ ਸੀ ਪਾਪੜ। ਮਤਲਬ ਇੰਨੀ ਗਰਮੀ ਪੈਂਦੀ। ਉਸ ਸਮੇਂ ਪਾਣੀ ਰੱਖਣ ਲਈ ਇਹ ਜੇ ਦੇਗਚੇ ਜੇ ਤੇ ਉਹ ਲੋਹੇ ਦੇ ਪਏ ਰੈਪਟਾਂ ਨਾਲ ਬਣਾਏ ਹੋਏ, ਮਤਲਬ ਤਕਰੀਬਨ 150-200 ਸਾਲ ਪੁਰਾਣੇ ਘੜੇ ਨੇ। ਤੇ ਉਹ ਮਿੱਟੀ ਦੇ ਗਾਗਰ ਮਤਲਬ ਸੁਰਾਈਨੁਮਾ ਚੀਜ਼ ਆ। ਉਹ ਮੂੰਹ ਦੇ ਥਾਣੀ ਮਤਲਬ ਪਾਣੀ ਕਿਸੇ ਨੂੰ ਦੇਣਾ ਵਾ ਤਾਂ ਉੱਥੋਂ ਦੀ ਪਾਣੀ ਵਰਤਾਇਆ ਜਾ ਸਕਦਾ ਸੀ। ਮਤਲਬ ਇਹਦੇ ਵਿੱਚ ਪਾਣੀ ਠੰਡਾ ਰਹਿੰਦਾ ਸੀ। ਤੇ ਆਹ ਹੈਗਾ ਉਸ ਸਮੇਂ ਦਾ ਕਿਸਮ ਦਾ ਹੈਗਾ, ਉਹਨੂੰ ਅਥਲੋਂ ਟੂਟੀ ਲੱਗੀ, ਇਹਦੇ ਵਿੱਚ ਜਦੋਂ ਉੱਤੇ ਸੁਰਾਖ ਆ ਉੱਥੋਂ ਦੀ ਪਾਣੀ ਪਾਇਆ ਜਾਂਦਾ ਸੀ ਤੇ ਪਾਸੇ-ਆਸੇ ਦੇ ਕੋਲੇ ਹੁੰਦੇ ਸੀ। ਜੇ ਪਾਣੀ ਗਰਮ ਦੀ ਲੋੜ ਆ ਤਾਂ ਇੱਥੋਂ ਦੀ ਗਰਮ ਕਰ ਲਿਆ ਜਾਂਦਾ ਸੀਗਾ। ਇਹ ਉਸੇ ਸਮੇਂ ਦਾ ਹੀ ਬਣਿਆ ਹੋਇਆ ਕਿਸਮ ਦਾ, ਮੈਨੂੰ ਨਾਂ ਭੁੱਲ ਗਿਆ ਇਹਨੂੰ ਸ਼ਾਇਦ ਇੱਕ ਕਿਸਮ ਦਾ ਉਸ ਸਮੇਂ ਦਾ ਗੀਜਰ ਕਹਿ ਸਕਦੇ ਆ ਇਹਨੂੰ। ਤੇ ਆ ਬਲਟੂਈਆਂ ਪਈਆਂ ਨੇ, ਕੁਛ ਉਸ ਸਮੇਂ ਦੇ ਮਾਰਵਾੜੀ ਨਾਮ ਲਿਖੇ ਹੋਏ ਨਜ਼ਰ ਆ ਜਾਣਗੇ। ਮਤਲਬ ਇੱਥੋਂ ਦੀ ਕੋਈ ਮਤਲਬ ਕੋਈ ਜੋ ਮਤਲਬ ਤੋਲ ਕੇ ਕਿਸੇ ਨੂੰ ਚੀਜ਼ ਦੇਣੀ, ਉਸ ਸਮੇਂ ਦੀ ਚੀਜ਼ਾਂ ਨਾਪਣ ਤੋਲਣ ਲਈ ਇਹ ਭਾਂਡੇ ਵਰਤੇ ਜਾਂਦੇ ਸੀ। ਵੀ ਕੌਲਾ ਦਾਨ ਪੁੰਨ ਕਰਨਾ ਤੇ ਇਹਦੇ ਨਾਲ ਕਿੰਨਾ ਦੇਣਾ ਵਾ। ਆਡਰ ਜਿਵੇਂ ਆਪਣੇ ਦੁੱਧ ਵਾਲੇ ਦੇਣਾ ਹੁੰਦਾ ਕਿਸੇ ਨੂੰ, ਤਾਂ ਬੁੜੀਆਂ ਦੇ ਲਾਏ ਹੁੰਦੇ ਭਾਂਡੇ, ਭਾਈ ਅੱਧਾ ਕਿਲੋ ਦੀ ਆ ਫਲਾਨੇ ਦੀ ਆ, ਤਾਂ ਉਸ ਸਮੇਂ ਦਾ ਹੁੰਦਾ ਸੀਗਾ। ਇਹ ਹੈਗਾ ਡਾਈਨਿੰਗ ਰੂਮ 'ਚ ਚੱਲੇ ਆਪਾਂ। ਇਹ ਵੀ ਸਾਰੀ ਅਖਰੋਟ ਦੀ ਲੱਕੜ ਲੱਗੀ ਹੋਈ ਹੈ ਜਿੰਨੀ ਵੀ ਹੈਗਾ। ਡਾਈਨਿੰਗ ਰੂਮ ਦੇ ਵਿੱਚ ਆ ਚੁੱਕੇ ਆ। ਇਧਰਲੇ ਪਾਸੇ ਦਰਸ਼ਕੋ ਉਹ ਦਿਖਾ ਦਿਆਂ ਵੀ ਉਹ ਉਸ ਸਮੇਂ ਦਾ ਪਾਣੀ ਦੇ ਨਾਲ ਸੀ। ਮਤਲਬ ਸਫ਼ਰ 'ਚ ਜਾਣਾ ਤਾਂ ਉਸ ਜਿਵੇਂ ਵਾਟਰ ਬੋਟਲ ਲੈ ਲੈਂਦੇ ਆ ਤਾਂ ਉਸ ਹਿਸਾਬ ਦੇ ਉਹ ਚੀਜ਼ਾਂ ਵਰਤੀਆਂ ਜਾਂਦੀਆਂ ਸੀਗੀਆਂ। ਤੇ ਆ ਹੈਗਾ ਭੋਜਨ ਛਕਣ ਦੇ ਲਈ। ਕਾਪਰ ਵਗੈਰਾ ਦੇ ਭਾਂਡੇ ਵਰਤੇ ਜਾਂਦੇ ਸੀ ਜਾਂ ਸੋਨਾ ਚਾਂਦੀ ਦੀ ਵੀ ਵਰਤ ਲੈਂਦੇ ਸੀ। ਇੱਥੇ ਆ ਪਟੜੀ ਦੇ ਥੱਲੇ ਬਹਿ ਕੇ ਇਹਦੇ ਤੇ ਥਾਲੀ ਰੱਖ ਕੇ ਰੋਟੀ ਖਾਧੀ ਜਾਂਦੀ ਸੀ। ਤੇ ਉਸ ਸਮੇਂ ਦੀਆਂ ਕੁਝ ਕੇਤਲੀਆਂ ਤੁਹਾਨੂੰ ਨਜ਼ਰ ਆ ਜਾਣਗੀਆਂ। ਕੁਝ ਪੁਰਾਣੇ ਬਰਤਨ ਨੇ, ਉਦੋਂ ਪਰਾਂ ਮਟਕੇ ਪਏ ਨੇ, ਪੁਰਾਣੇ ਮਿੱਟੀ ਦੇ ਭਾਂਡੇ ਹੋਏ ਨੇ। ਇਹਨਾਂ 'ਚ ਭੋਜਨ ਪਕਾਇਆ ਤੇ ਖਾਇਆ ਜਾਂਦਾ ਸੀਗਾ। ਮਤਲਬ ਜਿਹਦੀ ਜੈਸੀ ਹੈਸੀਅਤ ਹੁੰਦੀ ਸੀ ਉਹ ਇੱਥੇ ਲਿਆ ਕੇ ਖਵਾਇਆ ਪਕਾਇਆ ਜਾਂਦਾ ਹੁੰਦਾ ਸੀਗਾ। ਸੁਣਨ ਨੂੰ ਵੱਡੀ ਗੱਲ ਆ ਵੀ ਕੈਰੋਸੀਨ ਨਾਲ ਚੱਲਣ ਵਾਲਾ ਪੱਖਾ ਵਾ। ਆ ਵੱਡਾ ਸਾਰਾ ਨਜ਼ਰ ਆ ਜੂਗਾ ਨਾ। ਉਸ ਸਮੇਂ ਪੱਖਾ ਸੀਗਾ, ਇਹਨੂੰ ਉਦੋਂ ਬਾਅਦ 'ਚ ਵਿੱਚ ਹੈਂਡਲ ਲਾ ਕੇ ਵੀ ਚਲਾਇਆ ਜਾਂਦਾ ਸੀ। ਕੈਰੋਸੀਨ ਦਾ ਹਟਾ ਕੇ ਇਹਨੂੰ ਹੈਂਡਲ ਲਾ ਕੇ ਕਰਤਾ ਸੀਗਾ।
ਤੇ ਆਹ ਕਿਸੇ ਨੂੰ ਘਿਓ ਪਾਉਣਾ ਵਾ, ਕੁਛ ਪਲੀ ਜੀ ਭਰ ਕੇ ਪਾਉਂਦੇ ਨੇ, ਨਿੱਕੀਆਂ ਨਿੱਕੀਆਂ ਪਲੀਆਂ, ਕੁਛ ਮਰਤਬਾਨ। ਇਹ ਤਾਂ ਆਪਾਂ ਆਮ ਹੀ ਦੇਖਿਆ। ਤੇ ਛੱਤ ਦੇਖ ਲਓ ਇਹਦੀ ਕਿੱਡੀ ਖੂਬਸੂਰਤ ਆ, ਕਮਾਲ ਕੀਤੀ ਪਈ ਹੈ ਨਾ ਛੱਤ। ਤੇ ਇੱਕ ਮੈਂ ਤੁਹਾਨੂੰ ਹੋਰ ਖਾਸ ਗੱਲ ਦਿਖਾ ਦਿਆਂ, ਉਹ ਗੋਪੀ ਵੀਰੇ ਦਿਖਾ ਦਿਓ ਸਾਹਮਣੇ ਪਿਆ, ਉਹ ਹੈਗਾ ਵਾ ਸਟੀਮ ਕੁੱਕਰ। ਉਹ ਵੱਡਾ ਸਾਰਾ ਨਜ਼ਰ ਆਓ ਸਟੀਮ ਕੁੱਕਰ। ਉਸ ਸਮੇਂ ਕੁੱਕਰ ਇਸ ਕਿਸਮ ਦੇ ਹੁੰਦੇ ਸੀ। ਸਟੀਮ ਕੁੱਕਰ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ, ਨਾਲ ਔਰਲੇ ਪਾਸੇ ਟਿਫਨ ਆ, ਤੇ ਆ ਉਸ ਸਮੇਂ ਦੀ ਆਈਸਕ੍ਰੀਮ ਮਸ਼ੀਨ ਆ। ਆਈਸਕ੍ਰੀਮ ਵਿੱਚ ਆਈਸਕ੍ਰੀਮ ਬਣਾਈ ਜਾਂਦੀ ਸੀ, ਬਰਫ਼ ਵਗੈਰਾ ਜਮਾਈ ਜਾਂਦੀ ਸੀ। ਇੱਥੇ ਉਸ ਸਮੇਂ ਦੀ ਇੱਕ ਪੁਰਾਣੀ ਫਰਿੱਜ ਵੀ ਪਈ, ਉਹ ਸ਼ਾਇਦ ਮੈਨੂੰ ਦਿਸੀ ਨਹੀਂ ਕਿਤੇ, ਉਹ ਵੀ ਕੈਰੋਸੀਨ ਨਾਲ ਚੱਲਦੀ ਹੁੰਦੀ ਫਰਿੱਜ ਹੁੰਦੀ ਸੀਗੀ। ਤੇ ਆਹ ਇਹ ਵੀ ਠੰਡਾ ਪਤਤਾ ਪਾਣੀ, ਠੰਡੇ ਪਾਣੀ ਨੂੰ ਗਰਮ ਕਰਨ ਦੇ ਲਈ ਇਹ ਚੀਜ਼ ਵਰਤੀ ਜਾਂਦੀ ਸੀ। ਇਹ ਜਿਹੜਾ ਥਾਂ ਸੀ ਇਹ ਤਾਂ ਬੰਦਿਆਂ ਵਾਸਤੇ ਸੀ, ਵੀ ਬੰਦੇ ਤੇ ਸ਼ਖਸਾਂ ਜਿਹਨੇ ਕਿਸੇ ਨੇ ਪਰਦੇ 'ਚ ਛਕਣਾ ਔਰਤਾਂ, ਤਾਂ ਉਹਨਾਂ ਨੂੰ ਉੱਥੇ ਛਕਾਇਆ ਜਾਂਦਾ ਸੀਗਾ। ਉਹ ਪਰਦੇ ਦੇ ਵਿੱਚ ਰੱਖਿਆ ਜਾਂਦਾ ਸੀਗਾ, ਉੱਥੇ ਜਾ ਕੇ ਉਹਨਾਂ ਨੂੰ ਭੋਜਨ ਛਕਾਇਆ ਜਾਂਦਾ ਸੀ। ਪਰਦੇ ਵਿੱਚ ਰੱਖਣ ਵਾਲੀ ਥਾਂ ਵਾ। ਮਤਲਬ ਪਰਲੇ ਪਾਸੇ ਉਹ ਦੇਖੋ ਕਿੱਡਾ ਵੱਡਾ ਗਾਗਰ ਜਿਹਾ ਪਿਆ ਵਾ, ਪਰਲੇ ਪਾਸੇ ਇੱਕ ਕੈਰਾਸੀਨ ਜੋ ਉੱਤੇ ਮਤਲਬ ਅੱਡ ਸਮਾਨ ਜਿਹੜਾ ਭੜੋਲਾ ਜਿਹਾ ਨਜ਼ਰ ਆਊਗਾ ਤੁਹਾਨੂੰ। ਇਹ ਵੀ ਪੁਰਾਣੀਆਂ ਉਸ ਸਮੇਂ ਦੀਆਂ ਆਰਾਮ ਕੁਰਸੀਆਂ ਨੇ, ਨਿੱਕੀਆਂ ਨਿੱਕੀਆਂ ਜੋ ਰਸੋਈ ਦੇ ਵਿੱਚ ਬੈਠਣ ਲਈ ਵਰਤਦੇ ਸੀ। ਤੇ ਆਹ ਕੰਧਾਂ ਤੇ ਮੀਨਾਕਾਸ਼ੀ ਕਿੱਡੀ ਸੋਹਣੀ ਕੀਤੀ ਗਈ ਆ, ਕਮਾਲ ਦਾ ਕੰਮ ਕੀਤਾ ਗਿਆ ਕੰਧਾਂ ਦੇ ਉੱਤੇ। ਇਹ ਉਸ ਸਮੇਂ ਦੀ ਰਸੋਈ ਆ ਜਾਂ ਡਾਈਨਿੰਗ ਰੂਮ ਕਹਿ ਸਕਦੇ ਆ ਇਹਨੂੰ। ਆਜੋ ਇੱਧਰਲੇ ਪਾਸੇ ਗੋਪੀ ਵੀਰੇ, ਤੇ ਆਜੋ ਇੱਧਰੋਂ ਨਿਕਲ ਕੇ ਆਪਾਂ ਇਸ ਰੂਮ 'ਚ ਆ ਗਏ ਆਪਾਂ। ਇੱਧਰਲੇ ਪਾਸੇ ਆਹ ਸਾਰਾ ਕੁਛ ਪੋਰਸ਼ਨ ਬੰਦ ਕੀਤੇ ਹੋਏ ਆ। ਇਹ ਉਤਰੀਆਂ ਛੱਤਾਂ ਤੇ ਆਪਾਂ ਘੁੰਮ ਰਹੇ ਆ, ਇਹੋ ਜਿਹਾ ਹਾਲ ਆ। ਤੇ ਥੱਲੇ ਦੇਖੋ ਵੀ 1 2 ਤੇ ਤੀਜੀ ਕੀ ਮੰਜ਼ਲ ਤੇ ਆਪਾਂ, ਥੱਲੇ ਵੀ ਦੀਆਂ 2-3 ਮੰਜ਼ਲਾਂ ਹੈਗੀਆਂ ਨੇ। ਇੱਧਰਲੇ ਪਾਸੇ ਆਜੋ, ਕੁਛ ਉਸ ਸਮੇਂ ਦੇ ਕਲਾਸਿਕ ਮਿਊਜ਼ੀਕਲ ਜਾਂ ਪੀਪਲੀਆਂ ਜੀਆਂ ਪਈਆਂ ਨੇ, ਉਸ ਸਮੇਂ ਦੀਆਂ ਬਣੀਆਂ। ਕੁਛ ਆਹ ਅਲਗੋਜੇ ਟਾਈਪ ਨੇ, ਕੁਛ ਅਲਗੋਜਾ ਕਹਿ ਦਿੰਦੇ ਆ ਇਹਨੂੰ। ਆਹ ਹੈਗੇ ਆ ਖੜਤਾ ਹੱਥਾਂ ਦੇ ਵਿਚਕਾਰ ਨਾ ਟੱਲੀਆਂ ਜਾਂ ਉਸ ਨੂੰ ਆਮ ਜਵਾਕ ਦੱਸ ਜਾਂਦੇ ਨੇ ਕਈ ਵਾਰੀ ਬੱਸ ਅੱਡੇ 'ਚ। ਇਹ ਉਹ ਚੀਜ਼ਾਂ ਨੇ ਪੁਰਾਣੀਆਂ ਨੇ। ਆਹ ਢੋਲਕ ਪਈ ਆ ਸਾਰੀ ਇੱਥੇ। ਤੇ ਉਦੋਂ ਬਾਅਦ ਦੇ ਵਿੱਚ ਤੁਹਾਨੂੰ ਦਿਖਾ ਦਿਆਂ, ਆਹ ਵੀ ਉਸ ਸਮੇਂ ਦਾ ਸਾਜ਼ ਇੱਕ ਪਿਆ ਵਾ। ਤੇ ਆਹ ਵੀ ਇੱਕ ਆਹ ਵੀ ਉਸ ਸਮੇਂ ਦਾ ਸਾਜ਼ ਪਿਆ ਇੱਥੇ, ਜਿਹੜਾ ਪੁਰਾਣਾ ਵਾ, ਜਿਹੜਾ ਆਮ ਤੌਰ ਤੇ ਹੁਣ ਵੀ ਆਪਾਂ ਨੂੰ ਕਦੇ ਕਦੇ ਵਜਾਉਂਦੇ ਦੱਸ ਜਾਂਦੇ ਆ, ਪੁਰਾਣੀ ਚੀਜ਼ ਆ। ਤੇ ਆਹ ਵੀ ਉੱਠ ਉੱਤੇ ਰੱਖ, ਇਹ ਕੀ ਸੀਗਾ ਕਿ ਉੱਠ ਉੱਤੇ ਰੱਖ ਕੇ ਕੁਛ ਕੈਨੀਆਂ ਵਗੈਰਾ ਲਮਕਾ ਲਈਆਂ ਜਾਂਦੀਆਂ ਸੀ, ਸਮਾਨ ਟੰਗਣਾ ਕਰਨਾ, ਇਹ ਉਸ ਚੀਜ਼ ਦੇ ਕੰਮ ਆ ਜਾਂਦਾ ਸੀਗਾ ਚੀਜ਼। ਇਹ ਦਰਸ਼ਕੋ ਜਿੰਨੇ ਵੀ ਤੁਸੀਂ ਉੱਤੇ ਨਿਕਾਸ਼ੀ ਦੇਖ ਰਹੇ ਹੋ ਉਹ ਸਾਰੀ ਇਹਨਾਂ ਦੇ ਨਾਲ ਕੀਤੀ ਗਈ ਸੀ। ਮਤਲਬ ਨਿੱਕੀਆਂ ਨਿੱਕੀਆਂ ਸ਼ੈਣੀਆਂ ਜੀਆਂ, ਨਿੱਕੀਆਂ ਨਿੱਕੀਆਂ ਦੇਖੋ ਵੀ ਜਿਹੜੀਆਂ ਚੀਜ਼ਾਂ ਸੁਨਿਆਰਿਆਂ ਕੋਲੇ ਹੁੰਦੀਆਂ ਨਾ, ਮਤਲਬ ਸੁਨਿਆਰੇ ਜਿਵੇਂ ਸੋਨੇ ਤੇ ਕੰਮ ਕਰਦੇ ਆ, ਉਸੇ ਤਰੀਕੇ ਦੇ ਨਾਲ ਉਹਨਾਂ ਨੇ ਇਹਨਾਂ ਨੂੰ ਸੰਦਾਂ ਨੂੰ ਵਰਤਿਆ ਸੀਗਾ। ਉਸ ਸਮੇਂ ਦੀਆਂ ਕੋਈ ਸ਼ੈਣੀਆਂ ਨੇ, ਇੱਕ ਨਿੱਕੀ ਜੀ ਹਥੌੜੀ ਆ, ਇਹ ਉਹ ਸਾਰੀਆਂ ਉਸ ਸਮੇਂ ਵਰਤੀਆਂ ਗਈਆਂ ਸੀ। ਇਹ ਜਿਹੜੀਆਂ ਤੁਹਾਡੇ ਸਾਹਮਣੇ ਆ। ਆਜੋ ਇੱਧਰਲੇ ਪਾਸੇ ਹੋਰ ਵੀ ਆਪਾਂ ਘੁੰਮ ਕੇ ਆਉਂਦੇ ਆ। ਦਰਸ਼ਕੋ ਆ ਵੀ ਉਸ ਸਮੇਂ ਦੀ ਸ਼ਾਹੀ ਕਿਸਮ ਦੀ ਸੁਰਾਈ ਆ, ਕਿੱਡੀ ਸੋਹਣੀ ਆ, ਕਿਆ ਰੂਪ ਆ, ਕਿੱਡਾ ਕੱਦ ਕਾਠ ਆ ਨਾ, ਕਮਾਲ ਕੀਤੀ ਪਈ। ਇਹ ਰਾਜੇ ਸ਼ਾਹੀ ਵਰਤ ਦਿੰਦੇ ਸੀ। ਆਹ ਸਾਰਾ ਕੁਝ ਚਾਂਦੀ ਦਾ ਬਣਿਆ ਹੋਇਆ ਵਾ। ਅੱਜ ਬੈਠ ਸੋਫਾ ਸੈੱਟ ਦੇ ਸਾਰਾ ਚਾਂਦੀ ਦਾ ਬਣਿਆ ਹੋਇਆ। ਉਹ ਕੈਰੋਸਿਨ ਰੂਮ ਹੀਟਰ ਆ, ਨਿੱਘਾ ਕੀਤਾ ਜਾਂਦਾ ਸੀ। ਹੀਟਰ ਮਤਲਬ ਨਿੱਘਾ ਕੀਤਾ ਜਾਂਦਾ ਸੀ ਉਹਨਾਂ ਵੇਲਿਆਂ ਦੇ ਵਿੱਚ। ਤੇ ਜਿਹੜਾ ਆਹ ਵਾ ਇਹ ਪੈਰਾਂ ਨਾਲ ਚੱਲਦਾ ਸੀ, ਪੈਰਾਂ ਨਾਲ ਵਜਾਈ ਜਾਵਾਂਗੇ ਤਾਂ ਗਾਣੇ ਚੱਲੀ ਜਾਣਗੇ। ਉਸ ਸਮੇਂ ਦੀ ਇੱਕ ਗਾਣੇ ਸੁਣਨ ਵਾਲੀ ਮਸ਼ੀਨ ਸੀ ਪੁਰਾਣੀ, ਜਿਹੜੀ ਉਸ ਸਮੇਂ ਇਨਵੈਂਟ ਹੋਈ ਸੀ। ਤੇ ਇਧਰਲੇ ਪਾਸੇ ਆ ਜਾਓਗੇ, ਆਹ ਸੀ ਫਰਿੱਜ, ਜਿਹੜੀ ਮੈਂ ਕਹਿੰਦਾ ਸੀ ਉੱਥੇ ਆਪਾਂ ਦੂਜੀ ਦੇਖਿਆ ਸੀ ਨਾ ਵੀ ਆਈਸਕ੍ਰੀਮ ਕਿ ਬਰਫ਼ ਕਿੱਥੋਂ ਲਿਆਉਂਦੇ ਸੀ, ਉਹ ਬਰਫ਼ ਵਿੱਚ ਤਿਆਰ ਹੁੰਦੀ ਸੀ। ਕੈਰੋਸੀਨ ਫਰਿੱਜ ਆ ਉਸ ਸਮੇਂ ਦੀ ਪੁਰਾਣੀ, ਸ਼ਾਇਦ ਤੁਸੀਂ ਪਹਿਲੀ ਵਾਰੀ ਦੇਖ ਰਹੇ ਹੋਵੋਗੇ। ਤੇ ਆ ਉੱਤੇ ਨਕਾਸ਼ੀ ਦਿਖਾ ਦਿਓ ਕਿੱਡੀ ਖੂਬਸੂਰਤ ਆ, ਕਮਾਲ ਦਾ ਕੰਮ ਕੀਤਾ ਹੋਇਆ ਵਾ। ਉਧਰ ਸਾਹਮਣੇ ਤਾਨਪੁਰਾ ਪਿਆ ਵਾ, ਤੇ ਇਧਰਲੇ ਪਾਸੇ ਹਾਰਮੋਨੀਅਮ ਪਿਆ ਵਾ ਪੁਰਾਣਾ। ਇਹ ਵੀ ਸਾਰਾ ਕੁਝ ਪੁਰਾਣਾ ਹੀ ਉਹਨਾਂ ਵੇਲਿਆਂ ਦਾ ਹੀ ਬਣਿਆ ਹੋਇਆ ਵਾ। ਜਿਰਸਾ ਤੇ ਰੂਮ ਦੀ ਇੱਕ ਮੋਟੀ ਜਿਹੀ ਝਾਤ ਪਵਾ ਦਿਓ ਦੂਰੋਂ ਕਰਕੇ ਵੀ ਕਿੰਨਾ ਸੋਹਣਾ ਕਮਰਾ ਵਾ, ਤੇ ਕਿੰਨੇ ਸਾਲ ਲਾ ਕੇ ਉਹਨਾਂ ਨੇ ਇਸ ਚੀਜ਼ ਨੂੰ ਤਿਆਰ ਕੀਤਾ ਸੀਗਾ। ਸ਼ਾਹੀ ਇੱਧਰ ਪਾਸੇ ਆ ਨਮੂਨੇ ਦਿਖਾ ਦਿਆਂ ਮੈਂ, ਗੋਪੀ ਵੀਰ ਇੱਧਰ ਘੁਮਾਇਓ। ਤੇ ਕੁਛ ਆਹ ਦੇਖੋ ਕਿਸ ਕਿਸਮ ਦੇ ਆਹ ਕਾਟਾਂ ਪਾਇਆ, ਤੇ ਕੁਝ ਉੱਥੋਂ ਦੀ ਉਸ ਸਮੇਂ ਦੀਆਂ ਤਸਵੀਰਾਂ ਨੂੰ, ਉਸ ਸਮੇਂ ਦੇ ਹਾਲਾਤਾਂ ਨੂੰ ਰਿਪਰੈਜ਼ੈਂਟ ਕਰਦੇ। ਲੋਕ ਹਾਥੀਆਂ ਤੇ ਇਸ ਤਰੀਕੇ ਨਾਲ ਰਫਲਾਂ ਵਰਤਦੇ ਹੁੰਦੇ ਸੀਗੇ। ਆਹ ਦੇਖੋ ਹਾਥੀ ਘੋੜਿਆਂ ਤੇ ਲੜਾਈਆਂ ਹੁੰਦੀਆਂ ਸੀ ਜਾਂ ਮੁਲਾਕਾਤਾਂ ਸ਼ਾਹੀ ਕਰਦੇ ਸੀ। ਤਾਂ ਇਸ ਸਮੇਂ ਦਾ ਖੂਬਸੂਰਤ ਇੱਕ ਕਮਰਾ ਸੀਗਾ ਜਿਸ 'ਚ ਸਾਰੀਆਂ ਸਹੂਲਤਾਂ ਸੀ। ਉਸ ਸਮੇਂ ਜਿਹੜੇ ਸੁਨੇਹੇ ਹੁੰਦੇ ਸੀ, ਚਿੱਠੀ ਪੱਤਰ ਸੀ, ਉਹ ਕਬੂਤਰਾਂ ਦੇ ਰਾਹੀਂ ਜਾਂਦੇ ਸੀ। ਇਸ ਕਰਕੇ ਆ ਉਦਾਂ ਕਬੂਤਰ ਦਾ ਸਾਈਨ ਜਿਹਾ ਲਾਇਆ ਹੋਇਆ। ਤੇ ਆ ਉਸ ਸਮੇਂ ਦੀਆਂ ਚਿੱਠੀਆਂ ਨੇ, ਜਿਹੜੀਆਂ ਕਿ ਚਿੱਠੀਆਂ ਉਸ ਸਮੇਂ ਕਬੂਤਰ ਲੈ ਕੇ ਜਾਂਦੇ ਸੀ। ਮਤਲਬ ਕਬੂਤਰਾਂ 'ਚ ਕਿੰਨੀ ਸਿਆਣਪ ਸੀ, ਮਤਲਬ ਬਾਜ਼ੀਆਂ ਤਾਂ ਘੱਟ ਛੱਡਦੇ ਸੀ ਪਰ ਉਹਨਾਂ ਤੋਂ ਕੰਮ ਜ਼ਿਆਦਾ ਲਿਆ ਜਾਂਦਾ ਸੀ। ਇਹਦੇ ਪੋਸਟ ਕਾਰਡਸ ਨੇ ਆ ਸਾਰੇ ਪਏ ਹੋਏ, ਮਤਲਬ ਇੱਕ ਰਾਜੇ ਤੋਂ ਦੂਜੇ ਰਾਜੇ ਨੂੰ ਲਿਖੀਆਂ ਹੋਈਆਂ ਚਿੱਠੀਆਂ ਦੇ ਸਾਰੇ ਵੇਰਵੇ ਇੱਥੇ ਪਏ ਨੇ। ਇੱਧਰਲੇ ਪਾਸੇ ਆ ਜਾਓ, ਪਗੜੀਆਂ ਵਾਲਾ ਦਿਖਾ ਦਿਆਂ ਤੁਹਾਨੂੰ। ਅੱਡ ਅੱਡ ਪਗੜੀਆਂ ਨੇ, ਆਹ ਕਿਸ ਹੋਰ ਤਰ੍ਹਾਂ ਦੀ ਪਗੜੀ ਆ, ਆਹ ਹੋਰ ਤਰ੍ਹਾਂ ਦੀ ਪਗੜੀ ਆ, ਮਤਲਬ ਅਲੱਗ-ਅਲੱਗ ਪਗੜੀਆਂ ਨੇ। ਆਹ ਬਲੇਵੇਦਾਰ ਪਗੜੀ ਆ। ਇੱਥੇ ਪਗੜੀ ਦੀ ਤਾਂ ਅਹਿਮੀਅਤ ਵੱਧ ਜਾਂਦੀ ਆ ਕਿਉਂਕਿ ਪਾਣੀ ਬਹੁਤ ਡੂੰਘੇ ਹੁੰਦੇ ਸੀਗੇ, ਤਾਂ ਪੱਗ ਦੇ ਨਾਲ ਥੱਲੇ ਸੱਟ ਕੇ ਪਾਣੀ ਕੱਢ ਵੀ ਲੈਂਦੇ ਸੀ, ਪੀ ਵੀ ਸਕਦੇ ਸੀ। ਦੂਸਰਾ, ਹਰ ਪੱਗ ਤੋਂ ਪਤਾ ਲੱਗਦਾ ਸੀ ਕਿਹੜੀ ਨਸਲ ਦਾ ਵਾ, ਕਿਹੜੀ ਗੋਤ ਦਾ, ਕਿਹੜੇ ਸਮਾਜ ਦਾ, ਕੀ ਇਹਦਾ ਉਹਦਾ ਵਾ। ਉਹ ਪੱਗ ਦੇ ਨਾਲ ਹੀ ਸਾਰੀ ਚਿੱਤਰਕਾਰੀ ਪਤਾ ਲੱਗਦੀ ਸੀ। ਇੱਧਰਲੇ ਪਾਸੇ ਆ ਜਾਓ,
ਆ ਵੀ ਕੁਛ ਪੱਗਾਂ ਪਈਆਂ ਨੇ, ਆ ਸਾਰੀਆਂ ਪੱਗਾਂ ਉਸ ਸਮੇਂ ਦੀਆਂ ਹੀ ਬਣੀਆਂ ਪਈਆਂ ਨੇ ਜਿਹੜੀਆਂ ਲੋਕ ਮਤਲਬ ਆਮ ਬੰਨ੍ਹਦੇ ਹੁੰਦੇ ਸੀਗੇ, ਜਿਹਦੇ ਇਹਨਾਂ ਦੇ ਕਈ ਫਾਇਦੇ ਵੀ ਸੀ, ਧੁੱਪ ਤੋਂ ਤਾਂ ਬਚਾਉਂਦੀਆਂ ਹੀ ਸੀਗੀਆਂ। ਪੱਗ ਮੇਰੇ ਖਿਆਲ 'ਚ ਹਰ ਸਮਾਜ ਦੇ ਵਿੱਚ, ਹਰ ਧਰਮ ਦੇ ਵਿੱਚ ਪੱਗ ਦੀ ਅਹਿਮੀਅਤ ਰਹੀ ਆ। ਦਰਸ਼ਕੋ ਆ ਜਿਹੜਾ ਪਿਆ ਇਹ ਹਾਰਮੋਨੀਅਮ ਆ, ਇਹ ਪੈਰਾਂ ਦੇ ਨਾਲ ਵੱਜਦਾ ਹੁੰਦਾ ਸੀ, ਪੈਰ ਮਾਰੇ ਜਾਂਦੇ ਸੀ ਤੇ ਉੱਤੋਂ ਦੀ ਸੁਰ ਵਗੈਰਾ ਲਾਈ ਜਾਂਦੀ ਸੀਗੀ, ਮਤਲਬ ਉਸ ਸਮੇਂ ਦਾ ਪੁਰਾਣਾ ਹਾਰਮੋਨੀਅਮ ਆ। ਤੇ ਆ ਹੈਗਾ ਪੁਰਾਣਾ ਵੀਡੀਓ ਕੈਮਰਾ, ਸਟੈਂਡਿੰਗ ਪੋਜੀਸ਼ਨ ਦੇ ਵਿੱਚ ਇਸ ਕਿਸਮ ਦੇ ਨਾਲ ਹੁੰਦਾ ਸੀ। ਪੁਰਾਣਾ 올ਡੈਸਟ ਵੀਡੀਓ ਕੈਮਰਾ ਵਾ ਜਿਹੜਾ ਉਹਨਾਂ ਵੇਲਿਆਂ ਦੇ ਵਿੱਚ ਹੁੰਦਾ ਸੀ। ਤੇ ਜਿਹੜਾ ਆਹ ਵਾ ਇਹ 'ਚ ਮਗਰ ਰੀਲਾਂ ਵਗੈਰਾ ਹੁੰਦੀਆਂ ਸੀਗੀਆਂ ਉਸ ਸਮੇਂ ਦੀਆਂ। ਤੇ ਆ ਵੀਡੀਓ ਆ ਵੀ ਇੱਕ ਉਹ ਫੋਟੋ ਕੈਮਰਾ ਜਿਹੜਾ ਤੁਹਾਡੇ ਸਾਹਮਣੇ ਆ, ਇਹ ਉਸ ਸਮੇਂ ਦਾ ਫੋਟੋ ਕੈਮਰਾ ਹੁੰਦਾ ਸੀ। ਤੇ ਆ ਸਟਿਕਸ ਦਿਖਾ ਦਿਆਂ, ਆ ਛੜੀਆਂ ਪਈਆਂ ਨੇ, ਸੋਟੀਆਂ ਪਈਆਂ ਨੇ। ਰਾਜਾ ਰੋਜ਼ ਬਦਲਵੀਂ ਸੋਟੀ ਲੈ ਕੇ ਬਾਹਰ ਗੇੜੇ ਛੇੜੇ ਤੇ ਆ ਸੋਟੀਆਂ ਲੈ ਕੇ ਵਰਤਦਾ ਹੁੰਦਾ ਸੀਗਾ। ਤੇ ਇਧਰਲੇ ਪਾਸੇ ਵੀ ਸੇਮ ਕੈਮਰਾ ਇਹਦੇ ਨਾਲ ਦਾ ਹੀ ਪਿਆ ਜਿਹੜਾ ਤੁਸੀਂ ਦੇਖਿਆ ਵਾ। ਤੇ ਦੂਜੀ ਗੱਲ ਦੱਸਦੇ ਆ ਵੀ ਜਿਹੜੇ ਪੱਟ ਆ ਇਧਰ ਪਰਫਿਊਮ, ਇੱਧਰ ਆ ਜਾਓ ਜੀ। फोटो खींचने वाला कैमरा, ये वीडियो शूटिंग वाला कैमरा। ਆ ਇਤਰ ਵਗੈਰਾ ਲਾਈ ਜਾਂਦੇ ਸੀ ਤਾਂ ਉਹਨਾਂ ਦੀਆਂ ਖਾਲੀ ਸ਼ੀਸ਼ੀਆਂ ਰੱਖੀਆਂ ਜਿਹੜੇ ਉਸ ਸਮੇਂ ਦੇ ਰਾਜੇ ਵਰਤਦੇ ਸੀਗੇ। ਆ ਉਸ ਸਮੇਂ ਦੀਆਂ ਕੁਝ ਪੁਰਾਣੀਆਂ ਨਿਸ਼ਾਨੀਆਂ ਨੇ। ਇਹ ਇੰਨੇ ਤਕੜੇ ਸੀ ਕਿ ਰਾਜਿਆਂ ਨੂੰ ਵੀ ਫਾਈਨੈਂਸ ਕਰਦੇ ਸੀਗੇ ਤੇ ਲੰਮਾ ਲੰਮਾ ਸਫ਼ਰ ਤੈਅ ਕਰਦੇ ਸੀ। ਤੇ ਆਹ ਉਸ ਸਮੇਂ ਦਾ ਖਿਡੌਣਾ ਵਾ, ਉਹ ਮਤਲਬ ਬੱਚਿਆਂ ਦੇ ਵਾਸਤੇ ਇਹ ਤਿਆਰ ਕੀਤਾ ਗਿਆ ਸੀਗਾ। ਤੇ ਆ ਪੁਰਾਣੀ ਹਵੇਲੀ ਆ, ਉਹ ਵਪਾਰ ਕਰਦੇ ਸੀ, ਜਿੱਥੇ ਮਤਲਬ ਕਾਫਲਿਆਂ ਦੇ ਵਿੱਚ ਚੱਲਦੇ ਹੁੰਦੇ ਸੀ। ਉਸ ਸਮੇਂ ਵਪਾਰ ਕਰਨ ਦੀ ਤਸਵੀਰਾਂ, ਟੱਕੜ ਲੱਗਿਆ ਹੋਇਆ, ਆ ਸਮਾਨ ਪਿਆ ਵਾ, ਇਹ ਸਾਰੀ ਚੀਜ਼ ਉਸ ਸਮੇਂ ਨੂੰ ਦਰਸਾਉਂਦੀ ਆ। ਤਾਂ ਇਧਰਲੇ ਪਾਸੇ ਨੂੰ ਦਿਖਾ ਦਿਆਂ, ਆ ਹੈਗੀ ਆ ਗੋਲਡਨ ਡੇਜ਼, ਮਤਲਬ 1910 ਦੀ ਤਸਵੀਰ ਆ। ਆ ਖਿੜਕੀਆਂ ਦੇ ਵਿੱਚ ਉਸ ਸਮੇਂ ਦੇ ਪਟਵਾ ਬੈਠੇ ਹੋਏ ਨੇ, ਇਹਨਾਂ ਦੀਆਂ ਪੱਗਾਂ ਦੇ ਸਟਾਈਲ ਵੱਖਰੇ ਨੇ। ਪਰ ਇਹਨਾਂ ਦਾ ਵਪਾਰ 1947 ਚ ਖਤਮ ਹੋ ਗਿਆ ਸੀਗਾ, ਭਾਰਤ ਪੱਗ ਵੰਡ ਦੇ ਵੇਲੇ, ਕਿਉਂਕਿ ਅਫਰੀਕਾ, ਮੱਧ ਏਸ਼ੀਆ ਤੇ ਯੂਰਪ ਤੱਕ ਜਾਂਦਾ ਸੀ ਇਹਦਾ ਵਪਾਰ, ਜਿਸ ਕਰਕੇ ਵੰਡ ਹੋਣ ਦੇ ਨਾਲ ਬਾਹਰ ਪਾਕਿਸਤਾਨ ਆ ਗਿਆ ਤਾਂ ਖਤਮ ਹੋ ਗਈ ਸੀ। ਅਸਲ ਜਦੋਂ ਅਕਾਲ ਵੀ ਪੈਂਦਾ ਸੀ ਤਾਂ ਇੱਥੋਂ ਦੇ ਕਿਸਾਨ ਜ਼ਿਆਦਾਤਰ ਸਿੰਧ ਦਰਿਆ ਵਾਲੇ ਪਾਸੇ, ਸਿੰਧ ਵਾਲੇ ਪਾਸੇ ਅਕਸਰ ਜਾਂਦੇ ਹੁੰਦੇ ਸੀ। ਚਲੋ ਆਜੋ ਅੱਗੇ ਹੋਰ ਦੇਖਦੇ ਹਾਂ। ਇਹ ਦਰਸ਼ਕੋ ਬੈਠਕ ਹੁੰਦੀ ਸੀ, ਸਿਟਿੰਗ ਪਲਾਨ ਸੀ ਉੱਥੋਂ ਦਾ ਹੁੰਦਾ ਸੀਗਾ। ਇੱਥੇ ਰਾਜੇ ਬੈਠਦੇ ਹੁੰਦੇ ਸੀ, ਇੱਥੇ ਪਾਸ਼ਾ ਖੇਡਿਆ ਜਾਂਦਾ ਸੀ। ਪਰ ਇਹ ਸ਼ਤਰੰਜ ਪਈ ਆ, ਜਿਹੜੇ ਗੋਟੀਆਂ ਉਹਦੀਆਂ ਅਲੱਗ-ਅਲੱਗ ਆਕਾਰ ਦੀਆਂ ਬਣੀਆਂ ਪਈਆਂ ਨੇ, ਤੁਹਾਡੇ ਸਾਹਮਣੇ ਨਜ਼ਰ ਆ ਜਾਣਗੀਆਂ। ਥੋੜਾ ਜ਼ੂਮ ਕਰਕੇ ਦੱਸਦੇ ਹਾਂ, ਅੱਡ-ਅੱਡ ਗੋਟੀਆਂ ਦੇ ਅੱਡ-ਅੱਡ ਰੂਪ ਨੇ, ਆਕਾਰ ਨੇ, ਉਹ ਉਸ ਹਿਸਾਬ ਦੇ ਬਣਾਏ ਗਏ ਆ। ਦੂਜੀ ਗੱਲ ਦੱਸਦੇ ਹਾਂ, ਇੱਥੇ ਅਗਰ ਨਾਚ ਗਾਣੇ ਦਾ ਪ੍ਰਬੰਧ ਕਰਨਾ, ਇੱਥੇ ਨੱਚਣ ਵਾਲੀ ਹੋ ਜਾਂਦੀ ਸੀ। ਤਾਂ ਮਗਰਲੇ ਪਾਸੇ ਜਿੱਥੇ ਆ ਘੰਟਾ ਘਰ ਪਿਆ ਵਾ, ਇੱਥੇ ਮਿਊਜ਼ਿਕ ਸਾਜੀ ਬੈਠ ਜਾਂਦੇ ਹੁੰਦੇ ਸੀ। ਸਰ ਥੋੜਾ ਸਾ ਇੱਥੇ ਸਾਜੀ ਬੈਠ ਜਾਂਦੇ ਹੁੰਦੇ ਸੀ, ਜਿੱਥੇ ਕਿ ਢੋਲ ਘਟਾਲ ਤਬਲਾ ਵੱਜੀ ਜਾਂਦਾ ਸੀ। ਆ ਜਿਹੜਾ ਘੰਟਾ ਘਰ ਆ, ਇਹ ਜੋਧਪੁਰ ਦੇ ਵਿੱਚ ਬਣਿਆ, ਉਹਦੀ ਹੂਬਹੂ ਕਾਪੀ ਆ, ਜਿਹੜਾ ਤਿਆਰ ਕਰਕੇ ਇੱਥੇ ਰੱਖਿਆ ਗਿਆ। ਤੇ ਬਾਰੀਆਂ ਜਿਹੜੀਆਂ ਮਗਰ ਲੱਗੀਆਂ ਨਜ਼ਰ ਆ ਰਹੀਆਂ ਤੁਹਾਨੂੰ ਰੰਗ ਬਰੰਗੀਆਂ, ਇਹ ਸਾਰੀਆਂ ਖੁੱਲ ਜਾਂਦੀਆਂ ਹੁੰਦੀਆਂ ਸੀ ਤੇ ਚਾਰੇ ਪਾਸੋਂ ਹਵਾ ਹੋਈ ਫਰਲ ਫਰਲ ਆਉਂਦੀ ਸੀ। ਤੇ ਸਾਰਾ ਆਲੀਸ਼ਾਨ ਬਣਿਆ ਹੋਇਆ। ਛੱਤ ਦਿਖਾ ਦਿਓ, ਛੱਤ ਦੇਖੋ ਵੀ ਕਿੱਡੇ ਕਮਾਲ ਦੀ ਆ। ਤੇ ਇੱਥੇ ਬਹਿ ਕੇ ਉਹ ਨਾਚ ਗਾਣਾ ਸੁਣਦੇ ਹੁੰਦੇ ਸੀ। ਰਾਜਾ ਇੱਥੇ ਬੈਠੇ ਹੁੰਦੇ ਸੀ। ਆ ਗੱਦੀਆਂ, ਰਾਜਾ ਕਿ ਨਹੀਂ ਕਹਿ ਸਕਦੇ ਆ ਕਿ ਜਿਹੜੇ ਪਟਵਾ ਹੁੰਦੇ ਸੀ, ਅਮੀਰ ਬਿਜ਼ਨਸਮੈਨ ਸੀ ਉਸ ਸਮੇਂ ਦੇ, ਕਹਿ ਲਓ ਕਿ ਅਡਾਨੀ ਨੂੰ ਮੰਨੋ ਤੁਸੀਂ। ਤੇ ਉਹਨਾਂ ਵੇਲੇ ਦੀ ਆ ਦੇਖੋ ਕੰਨਾਂ ਦੇ ਕਿੰਨੀ ਸੋਹਣੀ ਚਿੱਤਰਕਾਰੀ ਕੀਤੀ ਗਈ ਆ। ਇਹ ਸਾਰਾ ਕੁਝ ਉਸ ਸਮੇਂ ਦਾ ਪੁਰਾਣਾ ਹੀ ਆ। ਇਹ ਹਵੇਲੀ ਦਾ ਆਖਰੀ ਭਾਗ ਆ ਜਿੱਥੇ ਆਪਾਂ ਆ ਚੁੱਕੇ ਆ। ਮਾੜਾ ਜਿਹਾ ਗੋਪੀ ਵੀਰੇ ਦਿਖਾ ਦਿਓ ਆ ਬਰੀਕੀ ਦੇ ਨਾਲ ਕਿਸ ਕਿਸਮ ਦੇ ਨਾਲ ਕੰਮ ਕੀਤਾ ਹੋਇਆ ਵਾ। ਸਾਰਾ ਤੁਹਾਨੂੰ ਨਾਲ ਦੱਸ ਜਾਣਾ ਵਾ ਵੀ ਬੜਾ ਕਮਾਲ ਦਾ ਕੰਮ ਆ। ਝਰੋਖੇ ਰੱਖੇ ਗਏ ਨੇ ਇਸ ਕਿਸਮ ਦੇ। ਤੇ ਆਹ ਦਰਵਾਜ਼ੇ ਨੇ, ਤੇ ਦਰਵਾਜ਼ੇ ਸਾਰੇ ਅਖਰੋਟ ਦੀ ਲੱਕੜ ਦੇ। ਤੇ ਛੱਤ ਦਿਖਾ ਦਿਓ ਮਾੜੀ ਜੀ, ਛੱਤ ਦੇ ਦੇਖੋ ਵੀ ਕਿਸ ਕਿਸਮ ਦਾ ਕੰਮ ਕੀਤਾ ਗਿਆ ਵਾ, ਕਮਾਲ ਕੀਤੀ ਪਈ ਆ। ਤੇ ਇਧਰਲੇ ਪਾਸੇ ਇੱਕ ਆ ਵੀ ਦੇਖੋ ਕਮਾਲ ਦਾ ਚੀਜ਼ ਸੀਗਾ, ਜਿਹੜਾ ਪੱਥਰ ਦੇ ਵਿੱਚ ਮਤਲਬ ਸੰਗਮਰਮਰ ਤੇ ਪੱਥਰ ਦਾ ਸੁਮੇਲ ਆ, ਇਹ ਚੀਜ਼ ਬਣਾਈ ਗਈ ਆ। ਦੇਖੋ ਕਿੱਡੀ ਸੋਹਣੀ ਇਹ ਕਰਤੀ ਆ ਤੇ ਕਮਾਲ ਕੀਤੀ ਪਈ ਆ। ਤੇ ਆਜੋ ਹੁਣ ਬਾਹਰ ਜਾ ਕੇ ਆਪਾਂ ਗੱਲਬਾਤ ਕਰਦੇ ਆ। ਤੇ ਆ ਵੀ ਅਖਰੋਟ ਦੀ ਲੱਕੜ ਦਾ ਹੀ ਬਣਿਆ ਹੋਇਆ, ਜਿੰਨਾ ਵੀ ਗੇਟ ਬਣਿਆ ਹੋਇਆ ਵਾ। ਆਜੋ ਚੱਲ ਗਏ ਬਾਹਰ ਨੂੰ। ਦਰਸ਼ਕੋ ਇਹ ਸੀ ਪਟਵਾ ਦੀਆਂ ਹਵੇਲੀਆਂ ਜੈਸਲਮੇਰ ਦੇ ਵਿੱਚ। ਖੂਬਸੂਰਤ ਹਵੇਲੀਆਂ, 5 ਹਵੇਲੀਆਂ ਜਿਹੜੀਆਂ ਬਣਾਈਆਂ ਗਈਆਂ ਸੀਗੀਆਂ। ਤੇ ਇਹਨਾਂ 'ਚੋਂ 2 ਹਵੇਲੀਆਂ ਭਾਰਤ ਸਰਕਾਰ ਨੇ ਲੈ ਲਈਆਂ ਸੀ। ਇੱਕ ਦੀ ਹਵੇਲੀ ਉਹਨਾਂ ਦੇ ਪਰਿਵਾਰ ਕੋਲ ਹਜੇ ਵੀ ਬਚ ਗਈ ਆ। ਇੱਕ ਪਰਿਵਾਰ ਇਹਨਾਂ ਦਾ ਕੋਟੇ ਸ਼ਹਿਰ 'ਚ ਰਹਿੰਦਾ, ਉਹ ਵੀ ਰਾਜਸਥਾਨ ਦੇ ਵਿੱਚ ਆ। ਇਹ 5 ਹਵੇਲੀਆਂ ਖੂਬਸੂਰਤ ਤੁਹਾਡੇ ਸਾਹਮਣੇ ਸੀ। ਸੋ ਦਰਸ਼ਕੋ ਕਿਵੇਂ ਲੱਗੀ ਇਹ ਵੀਡੀਓ ਲਾਜ਼ਮੀ ਦੱਸਣਾ, ਕਮੈਂਟ ਕਰਨਾ, ਸ਼ੇਅਰ ਕਰਨਾ। ਮਿਹਰਬਾਨੀ, ਧੰਨਵਾਦ।